ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ਼੍ਰੀ ਨਾਨਕ ਪਾਦ ਪੰਕਜ ਬੰਦਨ, ਪਾਦ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ। ਗੁਰ ਅਮਰਦਾਸ ਹਿਰਦੈ ਨਿਤ ਧਿਆਉ ਜੀ, ਹਿਰਦੈ ਨਿਤ ਧਿਆਉ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵ। ਗੁਰ ਅਰਜਨ ਵਿਗਨਨ ਕੇ ਨਾਸ਼ਕ, ਵਿਗਨਨ ਕੇ ਨਾਸ਼ਕ। ਸ਼੍ਰੀ ਹਰਗੋਬਿੰਦ ਸੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਾਮੋ ਕਰ ਜੋਰੀ, ਨਾਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ। ਗੁਰ ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਰ। ਤਰੁ ਤਰਾ ਤਰ ਪੁਨ ਪੁਨ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਤ, ਬੰਦੋਂ ਕਰ ਅਨਰਾਗ। ਏਕ ਓੰਕਾਰ ਸਤਿਗੁਰੂ, ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਸਤਿਨਾਮ ਵਾਹਿਗੁਰੂ ਸਾਹਿਬ ਜੀ। ਬੇਮਰਜ਼ਾਦ ਕਰਤ ਜਿਨ ਰਚਿਓ, ਸ੍ਰੀ ਗੁਰੂ ਗ੍ਰੰਥ ਕਪਟ ਕਰ ਦਹਿਓ। ਅਬੈ ਹਕਾਰਿ ਕਾਰਨ ਔਰ, ਬਾਨ ਗੁਰ ਬੈਠਿਓ ਹੈ ਸਠਾਉਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੀਨ ਦੁਨੀ ਦੇ ਮਾਲਕ ਭਗਤ ਵਸ਼ਲ
10 ਗੁਰੂ ਸਾਹਿਬਾਨ ਦੇ ਆਤਮਿਕ ਸਰੂਪ ਗਿਆਨ ਦੇ ਮੁਜੱਸਮੇ ਕਲਯੁਗੀ ਜੀਵਾਂ ਨੂੰ ਤਾਰਨਹਾਰੇ ਜਗਤ ਗੁਰੂ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਤਿਨਾਂ ਦੀ ਪਵਿੱਤਰ ਮੁਕੱਦਸ ਹਜ਼ੂਰੀ ਅੰਦਰ ਆਪ ਸਮੂਹ ਸੰਗਤ ਅਥਾਹ ਸ਼ਰਧਾ ਭਾਵਨਾ ਸਹਿਤ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਔਰ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਵਨ ਪਵਿੱਤਰ ਇਤਿਹਾਸਕ ਚਰਨ ਛੋਹ ਪ੍ਰਾਪਤ ਸਥਾਨ ਗੁਰਦੁਆਰਾ ਸ਼੍ਰੀ ਛੇਹਰਟਾ ਸਾਹਿਬ ਜੀ ਵਿਖੇ ਗੁਰੂ ਕੇ ਚਰਨਾਂ ਦੇ ਵਿੱਚ ਸਤ ਸੰਗਤ ਰਾਹੀਂ ਸੇਵਾ ਦੇ ਰਾਹੀਂ ਆਪਣੇ ਜੀਵਨ ਦੀਆਂ ਘੜੀਆਂ ਨੂੰ ਸਮੇਂ ਨੂੰ ਸਫਲਾ ਬਣਾ ਰਹੇ ਹੋ। ਗਰੀਬ ਨਿਵਾਜ ਸਤਿਗੁਰੂ ਜੀ ਸਭਨਾਂ ਦੀ ਹਾਜ਼ਰੀ ਅਰਦਾਸ ਸਫਲੀ ਕਰਨ ਪ੍ਰਵਾਨ ਕਰਨ। ਸ਼ਾਮ ਦੇ ਵੇਲੇ ਗੁਰੂ ਕੇ ਚਰਨਾਂ ਦੇ ਵਿੱਚ ਬੈਠ ਕੇ ਸਭ ਤੋਂ ਪਹਿਲਾਂ ਅਸੀਂ ਗੁਰ ਇਤਿਹਾਸ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰਦੇ ਹਾਂ। ਸਮਾਂ ਹੋ ਚੁੱਕਾ ਹੈ, ਆਓ ਜੋ ਲੜੀਵਾਰ ਇਤਿਹਾਸ ਇਸ ਪਾਵਨ ਅਸਥਾਨ 'ਤੇ ਚੱਲ ਰਿਹਾ ਹੈ ਉਸ ਲੜੀ ਨੂੰ ਅੱਗੇ ਆਰੰਭ ਕਰਦੇ ਹਾਂ। ਸਤਿਗੁਰੂ ਜੀ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਗਰੀਬ ਨਿਵਾਜ ਬਖਸ਼ਿਸ਼ ਕਰਨ, ਇਕਾਗਰਤਾ ਦੇ ਨਾਲ ਸਾਨੂੰ ਬਚਨ ਸਰਵਣ ਕਰਨ ਦਾ ਔਰ ਧਾਰਨ ਕਰਨ ਦਾ ਉਦਮ ਬਖਸ਼ਿਸ਼ ਕਰਨ। ਪਿਛਲੇ ਦੀਵਾਨਾਂ ਦੇ ਵਿੱਚ ਆਪਾਂ ਇਹ ਪ੍ਰਸੰਗ ਸਰਵਣ ਕਰ ਰਹੇ ਸੀ ਕਿ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਸ਼੍ਰੀ ਕੀਰਤਪੁਰ ਸਾਹਿਬ ਜੀ ਦੀ ਧਰਤੀ 'ਤੇ ਵਿਰਾਜਮਾਨ ਹਨ ਔਰ ਲੰਮਾ ਸਮਾਂ ਇੱਥੇ ਰਹਿ ਕਰਕੇ ਸਿੱਖੀ ਦਾ ਪ੍ਰਚਾਰ ਪ੍ਰਸਾਰ ਦੇਸ਼ਾਂ ਵਿਦੇਸ਼ਾਂ ਤੱਕ ਪਾਤਸ਼ਾਹ ਜੀ ਨੇ ਸ਼ਾਂਤਮਈ ਢੰਗ ਦੇ ਨਾਲ ਰਹਿ ਕਰਕੇ ਜੰਗਾਂ ਯੁੱਧਾਂ ਤੋਂ ਵਿਹਲੇ ਹੋ ਕਰਕੇ ਇੱਥੇ ਸਤਿਗੁਰੂ ਜੀ ਲੰਮੇ ਸਮੇਂ ਵਾਸਤੇ ਟਿਕੇ ਹਨ ਅਤੇ ਬੇਅੰਤ ਚੋਜ ਕੀਤੇ ਹਨ, ਪ੍ਰਚਾਰ ਕੀਤਾ ਹੈ। ਅਤੇ ਹੁਣ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਉਂਕਿ ਸਰੀਰ ਹੈ ਅਤੇ ਹਰੇਕ ਸਰੀਰ ਦੀ ਆਪਣੀ ਆਪਣੀ ਵਾਰੀ ਹੈ ਅਤੇ ਵਾਰੀ ਦੇ ਮੁਤਾਬਕ ਚੱਲਣਾ ਹੀ ਪੈਣਾ ਹੈ। ਰਾਮ ਗਇਓ ਰਾਵਣ ਗਇਓ ਜਾ ਕਉ ਬਹੁ ਪਰਿਵਾਰ, ਕਹੋ ਨਾਨਕ ਥਿਰ ਕਛ ਨਹੀਂ ਸੁਪਨੇ ਜਿਉ ਸੰਸਾਰ। ਸਰੀਰ ਹੈ ਅਤੇ ਜਿੱਥੇ ਸਰੀਰ ਦਾ ਆਉਣਾ ਹੈ ਉੱਥੇ ਨਾਲ ਜਾਣਾ ਵੀ ਹੈ। ਗਰੀਬ ਨਿਵਾਜ ਪਾਤਸ਼ਾਹ ਜੀ ਨੇ ਆਪਣੇ ਸਰੀਰ ਦਾ ਅੰਤਲਾ ਸਮਾਂ ਨੇੜੇ ਜਾਣਿਆ ਹੈ ਔਰ ਹੁਣ ਜਿੱਥੇ ਸਤਿਗੁਰਾਂ ਨੇ ਸਰੀਰ ਛੱਡਣਾ ਹੈ ਉੱਥੇ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੁਆਰਾ ਅਗਲਾ ਗੁਰੂ ਵੀ ਥਾਪਿਆ ਜਾਣਾ ਹੈ। ਗੁਰਤਾ ਗੱਦੀ ਵੀ ਬਖਸ਼ਿਸ਼ ਕੀਤੀ ਜਾਣੀ ਹੈ। ਇਸ ਕਰਕੇ ਜਾਣਦਿਆਂ ਹੋਇਆ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦੂਰ ਨੇੜੇ ਸਨੇਹ ਭੇਜੇ ਹਨ। ਗੁਰੂ ਕੇ ਸੇਵਾਦਾਰ ਸਾਰੀ ਸੰਗਤ ਤੱਕ ਇਹ ਖਬਰ ਪਹੁੰਚਾਈ ਹੈ ਕਿ ਭਾਈ ਜਿੱਥੇ ਅੱਗੇ ਗੁਰੂ ਘਰ ਦੇ ਵਿੱਚ ਕਈ ਤਰ੍ਹਾਂ ਦੇ ਸਮਾਗਮ ਹੁੰਦੇ ਸਨ, ਵਿਸਾਖੀ ਦੇ ਸਮੇਂ ਦੀਵਾਲੀ ਦੇ ਸਮੇਂ ਜੁੜਦੇ ਸਾਂ ਅਤੇ ਤੁਸੀਂ ਬੜੀਆਂ ਖੁਸ਼ੀਆਂ ਦੇ ਨਾਲ ਭਾਵਨਾ ਦੇ ਨਾਲ ਗੁਰੂ ਕੇ ਚਰਨਾਂ ਦੇ ਵਿੱਚ ਪਹੁੰਚਦੇ ਸੀਗੇ ਅਤੇ ਬੇਅੰਤ ਸੰਗਤ ਪਹੁੰਚਦੀ ਸੀਗੀ ਅਤੇ ਕਈਆਂ ਦਾ ਖਿਆਲ ਵੀ ਹੁੰਦਾ ਸੀਗਾ ਕਿ ਚਲੋ ਅਗਲੀ ਵਾਰ ਚਲੇ ਜਾਵਾਂਗੇ ਜੇ ਨਹੀਂ ਸਮਾਂ।
पर जा कर के गुरु के सेवादारा ने स्नेहगारा ने दसिया है कि इस बारी सह पातशाह धन गुरु हरगोबिंद साहब जी आप वचन किया है कि असी शरीर छड्डना है और अगला गुरु थापना है। इस करके सारी संगत गुरु के चरणों के विच पहुँचो। संगत के मन के विच बैराग आया है। जिस पातशाह जी की बहुत वड्डी उपमा है, वड्याई है, गरीब निवाज साहब पातशाह धन गुरु हरगोबिंद साहब जी जिन्हां दी बादशाह वर्गी शान है, महान योधे भारी गुरु सतगुरु जी शरीर छड्ड रहे हैं। और ये गल सुन के बेअंत संगत पहलों के नालों भी कई गुणा वध संगत गुरु के चरणों के विच पहुंची है कि भाई चलो अगां तां पातशाह जी के दीदार नहीं होणगे, इस बारी जरूर चलीए। बेअंत संगत गुरु के चरणों के विच हाजिर हुई है। सतगुरां ने जिथे सिखां नूं गुरु की संगत नूं सुनेहा भेजिया है, उत्थे पातशाह जी ने बाबा धीरमल जिहड़े करतारपुर साहिब जी की धरती ते हन, अपने पोतरे जिहड़े भावें गुरु मर्यादा के मुताबक नहीं चलते, अपने ढंग दे नाल ही रहिंदे हन, पर उन्हां नूं भी सद्दिया है कि भाई बाबा गुरदित्ता जी के महल माता जी अपने सपुत्र बाबा धीरमल नूं लैण वास्ते गए ते समझाया है। ते समझा करके धीरमल नूं कई तरह की प्रेरणा दे करके चल पुत्र देख छेवें पातशाह जी शरीर छड्ड रहे हैं, तू पहला भावें गुरु के मुताबक नहीं चलिया, पर अखीर वेले भी जे तू सतगुरां दे हुक्म दे विच किते चल पिया ना ते तेरा संगत दे विच मान सन्मान रह जाएगा, नहीं तो तेनों आने वाले समय दे विच संगत मूँह नहीं लाएगी। चल छेवें पातशाह जी शरीर छड्ड रहे हैं, उन्हां दे चरनां दे विच पहुँच, उन्हां दा हुक्म मन, उन्हां दे कोल कुछ समा बतीत कर। धीरमल अपनी माता जी के कहण के अनुसार श्री कीरतपुर साहिब जी की धरती ते पहुँचे आए करतारपुर साहिब तो, और इत्थे आकर के धीरमल ने की देखिया है कि मेरा मान सन्मान संगत ने नहीं किया, जां सतगुरां ने भी मेरे वाले पासे बहुता ध्यान नहीं दिता। ते सतगुरां दा रुख देखदियां होइयां, संगत दा रुख देखदियां होइयां धीरमल नूं इंज लग्या है कि मैं आस लाई फिरदा सीगा कि ये गुरता गद्दी मैनूं मिलेगी, मैं वड्डा हाँ, और एक बहुत वड्डी जिहड़ी गल है, अमृत गुरबाणी का जिहड़ा स्वरूप है वो मेरे पास है, मैं किसी नूं दिता नहीं। ते मैं अपने आप को समझ रहा सीगा कि मैनूं गुरता गद्दी मिलेगी, शायद पातशाह जी ने मैनूं इसे करके सद्दिया है, सतगुरु जी मैनूं ही इस लायक जानते हैं। पर जदों किसी ने बहुता ध्यान नहीं दिता ते धीरमल नूं इंज लग्या कि सतगुरु जी जां तां अपने पुत्रां दे विच्चों किसी नूं चुणनगे, बाबा सूरजमल जी, बाबा अणी राय जी, जां गुरु तेग बहादुर जी, जां तां इन्हां तिन्नां दे विच्चों पुत्रां दे विच्चों किसी नूं चुनिया जाएगा, ते जां फिर मेरा छोटा भरा श्री हार राय साहब जी नूं चुनिया जाएगा, क्योंकि मेरे वाले पासे पातशाह जी ने बहुता ध्यान नहीं दिता। फिर धीरमल ने एक गल होर विचारी है, क्यों ना उधर पातशाह जी ने हुक्म किया कि 2 दिन बाद एक वड्डा दीवान साजिया जाएगा सजेगा, तो उत्थे बैठ के असीं तुहानूं दर्शन दीदारे देवांगे ते अगला गुरु थापिया जाएगा। धीरमल नूं पता लग्या कि पातशाह जी कुछ दिनों बाद ऐलान करनगे अगला गुरु बिठाउणगे, ते क्यों ना मैं संगत विच बैठ के ते कोई ना कोई इस तरह प्रबंध करां कि सारी संगत मेरे नाल जुड़ जाए, जां सतगुरां दे चरनां दे विच मेरा नाम पेश किया जाए। ये धीरमल दे मन दे विच एडा वड्डा लालच है कि सतगुरां दे ऐलान करन तो पहलां ही मैं गुरु बन के गुरुआं दी तरह शोभा वड्याई धारण करके इत्थे बैठ जावां। तो कुछ संगत तो पहला मेरे नाल जुड़ी है, मसंद मेरे नाल जुड़े हैं, बहुत सारे सेवादार
ਤੇ ਕੁਝ ਮੈਂ ਹੋਰ ਜੋੜ ਲੈਂਦਾ ਹਾਂ। ਧੀਰ ਮੱਲ ਸ਼੍ਰੀ ਕਰਤਾਰਪੁਰ ਸਾਹਿਬ ਜੀ ਦੀ ਧਰਤੀ 'ਤੇ, ਮੁਆਫ ਕਰਨਾ, ਸ਼੍ਰੀ ਕੀਰਤਪੁਰ ਸਾਹਿਬ ਜੀ ਦੀ ਧਰਤੀ 'ਤੇ ਜਿਸ ਦਿਨ ਪਾਤਸ਼ਾਹ ਜੀ ਨੇ ਅਗਲਾ ਗੁਰੂ ਥਾਪਣਾ ਹੈ, 2 ਦਿਨ ਪਹਿਲਾਂ ਹੀ ਇਹ ਸੋਹਣਾ ਪਲੰਗਾ ਡਾਹ ਕਰਕੇ, ਸੋਹਣੀ ਵਿਛਾਈ ਕਰਕੇ, ਵੱਡਾ ਸਰਾਣਾ ਲਾ ਕਰਕੇ, ਢੋਲ ਲਾ ਕਰਕੇ, ਉੱਪਰ ਚੰਦੋਆ ਤਾਣ ਕੇ, ਛਤਰ ਝੁਲਾ ਕਰਕੇ ਤੇ ਚੌਰ ਬਰਦਾਰ ਝੁਲਾ ਕਰ ਖਿਲਾਰ ਕਰਕੇ ਇਹਨੇ ਗੁਰੂਆਂ ਦੀ ਤਰ੍ਹਾਂ ਆਪਣਾ ਜਿਹੜਾ ਇਹ ਸਾਰਾ ਕੁਝ ਆਪਣੇ ਆਲੇ ਦੁਆਲੇ ਸਾਜ ਲਿਆ ਹੈ, ਉਸੇ ਤਰ੍ਹਾਂ ਸੇਵਾਦਾਰ ਖਿਲਾਰ ਲਏ। ਤੇ ਵੱਡੀ ਗਿਣਤੀ ਦੀ ਜਿਹੜੀ ਸੰਗਤ ਗੁਰੂ ਕੇ ਚਰਨਾਂ ਦੇ ਵਿੱਚ ਪਹੁੰਚ ਰਹੀ ਹੈ, ਇਸ ਸਮੇਂ ਉਹਨਾਂ ਨੂੰ ਇਹਦੇ ਸੇਵਾਦਾਰ ਕਹਿ ਰਹੇ ਸਨ ਧੀਰਮਲ ਦੇ ਕਿ ਸਤਿਗੁਰਾਂ ਨੇ ਅਗਲਾ ਗੁਰੂ ਧੀਰਮਲ ਨੂੰ ਥਾਪਣਾ ਹੈ। ਇਹਨੇ ਜਿਸ ਤਰ੍ਹਾਂ ਸਮਝਾਇਆ ਹੋਇਆ ਸੀਗਾ ਕਿ ਧੀਰਮਲ ਨੇ ਗੁਰੂ ਬਣਨਾ ਹੈ, ਤੇ ਸੰਗਤ ਨੂੰ ਉਹ ਪ੍ਰੇਰ ਰਹੇ ਸਨ। ਤੇ ਸੰਗਤ ਭੋਲੀ ਜਿਹੜੀ ਬਾਹਰੋਂ ਦੂਰ ਤੋਂ ਆਈ ਹੈ, ਜਿਨ੍ਹਾਂ ਨੂੰ ਚੰਗੀ ਤਰ੍ਹਾਂ ਨਹੀਂ ਪਤਾ, ਉਹ ਅੱਗੇ ਝੁਕ ਰਹੇ ਹਨ, ਭੇਟਾਵਾਂ ਰੱਖ ਰਹੇ ਹਨ, ਬਹੁਤ ਵੱਡਾ ਮਾਣ ਸਨਮਾਨ ਹੋ ਰਿਹਾ ਹੈ। ਧੀਰਮਲ ਨੇ ਅਗਲੇ ਦਿਨ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਦੁਪਹਿਰ ਤੱਕ ਆਪਣੀ ਪੂਜਾ ਕਰਵਾਈ ਹੈ, ਬੇਅੰਤ ਸੰਗਤ ਝੁਕੀ ਹੈ। ਤੇ ਹੁਣ ਧੀਰਮਲ ਦੁਪਹਿਰ ਦੇ ਸਮੇਂ ਉੱਠ ਕੇ ਕੁਝ ਸਮਾਂ ਵਾਸਤੇ ਪ੍ਰਸ਼ਾਦਾ ਪਾਣੀ ਛਕਣ ਵਾਸਤੇ ਗਿਆ ਹੈ। ਇੱਧਰ 6ਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਗੁਰੂ ਕੇ ਸਿੱਖ ਪਹੁੰਚੇ। ਇਹ ਪਾਤਸ਼ਾਹ, ਧੀਰਮਲ ਨੇ ਇਸ ਤਰ੍ਹਾਂ ਕੀਤਾ ਹੈ, ਸਤਿਗੁਰੂ ਜੀ ਤਖਤ ਆਪਣਾ ਬਣਾ ਲਿਆ ਹੈ, ਚੌਰ ਬਰਦਾਰ ਉੱਤੇ ਚੌਰ ਝੁਲਾ ਰਹੇ ਹਨ, ਛਤਰ ਝੁੱਲ ਰਿਹਾ ਹੈ, ਕੁਝ ਆਪਣੇ ਸੇਵਾਦਾਰ ਕੋਲ ਖਿਲਾਰ ਲਏ ਹਨ, ਤੇ ਸਾਰੀ ਸੰਗਤ ਉਹਦੇ ਅੱਗੇ ਝੁਕ ਰਹੀ ਹੈ ਤੇ ਕਹਿ ਰਿਹਾ ਹੈ ਕਿ ਮੈਂ ਅਗਲਾ ਗੁਰੂ ਬਣਨਾ ਹੈ। ਗਰੀਬ ਨਿਵਾਜ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਬਚਨ ਸੁਣਿਆ। ਇਹ ਗੱਲ ਪਾਤਸ਼ਾਹ ਜੀ ਤੱਕ ਪਹੁੰਚੀ ਹੈ ਤੇ ਗਰੀਬ ਨਿਵਾਜ ਪਾਤਸ਼ਾਹ ਜੀ ਨੇ ਇਸ 'ਤੇ ਬਹੁਤ ਵੱਡਾ ਇਤਰਾਜ਼ ਕੀਤਾ ਹੈ। ਸਾਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨਾਰਾਜ਼ ਹੋਏ ਹਨ ਕਿ ਕਮਾਲ ਹੈ, ਇੱਕ ਮਰਿਆਦਾ ਦੇ ਤਹਿਤ ਹਮੇਸ਼ਾ ਅਗਲਾ ਗੁਰੂ ਥਾਪਿਆ ਜਾਂਦਾ ਰਿਹਾ ਹੈ, ਪਰ ਕਮਾਲ ਦੀ ਗੱਲ ਹੈ ਧੀਰਮਲ ਆਪਣੇ ਆਪ ਹੀ ਬੈਠ ਗਿਆ ਹੈ। ਇਹ ਬਹੁਤ ਵੱਡਾ ਗੁਨਾਹ ਹੈ, ਪਾਪ ਹੈ। 6ਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਤੱਕ ਜਿਵੇਂ ਗੁਰੂ ਕੇ ਪਿਆਰਿਆਂ ਨੇ ਦੱਸਿਆ ਹੈ, ਸਤਿਗੁਰੂ ਜੀ ਜਿਵੇਂ ਅੱਗੇ ਬਚਨ ਕਰ ਰਹੇ ਹਨ, ਆਪਾਂ ਕੱਲ੍ਹ ਬਚਨ ਸਰਵਣ ਕਰ ਰਹੇ ਸੀ ਕਿ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਿਨ ਥਾਪੇ ਹਮ ਮਾਨੇ ਨਾਹੀ, ਨਹਿ ਪਹੁੰਚੇ ਇਮ ਲੱਖ ਮਨ ਮਾਹੀ। ਜਿਨ੍ਹਾਂ ਨੂੰ ਪਤਾ ਸੀਗਾ ਗੁਰੂ ਕੇ ਚਰਨਾਂ ਦੇ ਵਿੱਚ ਰਹਿਣ ਵਾਲੇ ਸੇਵਾਦਾਰ, ਉਹ ਨਹੀਂ ਧੀਰਮਲ ਦੇ ਅੱਗੇ ਝੁਕੇ। ਨਵੀਂ ਸੰਗਤ ਆ ਰਹੀ ਗੁਰੂ ਕੇ ਧੀਰਮਲ ਦੇ ਅੱਗੇ ਝੁਕ ਰਹੀ ਹੈ। ਸੁਣ ਸਤਿਗੁਰ ਕੈ ਹੋਇਓ ਸ਼ੋਭ। ਸਾਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਸੁਣ ਕੇ ਨਾਰਾਜ਼ ਹੋਏ ਹਨ। ਜਾਣਿਓ ਧੀਰਮਲ ਵੱਡ ਲੋਭ। ਤੇ ਪਾਤਸ਼ਾਹ ਜੀ ਜਾਣ ਗਏ ਧੀਰਮਲ ਅੱਤ ਦਾ ਵੱਡਾ ਲੋਭੀ ਹੈ। ਔਰ ਹਮੇਸ਼ਾ ਹੀ ਲੰਮੇ ਸਮੇਂ ਤੋਂ ਹੀ ਇਹ ਆਪਣੇ ਮਨ ਦੇ ਪਿੱਛੇ ਲੱਗ ਰਿਹਾ ਹੈ ਤੇ ਬੇਮਰਿਆਦਾ ਹੋਇਆ ਹੈ। ਬਾਕੀ ਸਾਰੀ ਸੰਗਤ ਹੁਕਮ ਦੇ ਚੱਲਦੀ ਹੈ ਤੇ ਧੀਰਮਲ ਨੇ ਹਮੇਸ਼ਾ ਵਿਰੋਧਤਾ ਹੀ ਕੀਤੀ ਹੈ। ਔਰ ਕਪਟ ਦੇ ਨਾਲ, ਠੱਗੀ ਦੇ ਨਾਲ ਜੋ ਅੰਮ੍ਰਿਤ ਬਾਣੀ ਦਾ ਸਰੂਪ ਹੈ ਉਹਨੂੰ ਵੀ ਆਪਣੇ ਕੋਲ ਰੱਖਿਆ ਹੋਇਆ ਹੈ ਤੇ ਕਿਸੇ ਨੂੰ ਗ੍ਰੰਥ ਦੇ ਨੇੜੇ ਨਹੀਂ ਆਉਣ ਦਿੰਦਾ ਹੈ। ਔਰ ਹੁਣ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਤਾਂ ਵੀ ਭਾਵੇਂ ਇਹ ਮਨ ਦੀ ਆਈ ਕਰ ਰਿਹਾ ਹੈ, ਪਰ ਸਤਿਗੁਰਾਂ ਨੇ ਇਸ ਵੇਲੇ ਆਪਣੇ ਅੰਤਲੇ ਵੇਲੇ ਧੀਰਮਲ ਨੂੰ ਤਾਂ ਵੀ ਸੱਦਿਆ ਹੈ। ਪਰ ਧੀਰਮਲ ਦੇ ਮਨ ਦੇ ਵਿੱਚ ਧੀਰਜ ਨਹੀਂ ਹੈ, ਬੜਾ ਕਾਹਲਾ ਹੈ ਕਿ ਛੇਤੀ ਦੇ ਨਾਲ ਮੈਂ ਆਪਣੇ ਆਪ ਨੂੰ ਗੁਰੂ ਐਲਾਨ ਦੇਵਾਂ। ਬਹੁਤ ਸਾਰਿਆਂ ਨੂੰ ਮੈਂ ਪਹਿਲਾਂ ਹੀ ਆਪਣੇ ਨਾਲ ਜੋੜਿਆ ਹੋਇਆ ਹੈ ਤੇ ਹੋਰ ਵੀ ਸੰਗਤ ਜੁੜ ਜਾਏਗੀ ਤੇ ਸਤਿਗੁਰਾਂ ਨੂੰ ਕਹੇਗੀ ਕਿ ਪਾਤਸ਼ਾਹ ਜੀ ਇਹ ਗੁਰੂ ਬਣਨ ਦੇ ਯੋਗ ਹੈ। ਤੇ ਸਤਿਗੁਰਾਂ ਦੇ ਸਰੀਰ ਕਰਕੇ ਹੁੰਦਿਆਂ ਜੇ ਕਿਤੇ ਮੇਰੀ ਪੂਜਾ ਸ਼ੁਰੂ ਹੋ ਗਈ ਨਾ, ਫਿਰ ਹਮੇਸ਼ਾ ਹੀ ਮੇਰੀ ਪੂਜਾ ਹੁੰਦੀ ਰਹੇਗੀ, ਫਿਰ ਕੋਈ ਰੋਕ ਨਹੀਂ ਸਕੇਗਾ। ਸਾਰੇ ਇਹੀ ਕਹਿਣਗੇ ਕਿ ਧੀਰਮਲ ਦਾ ਸਤਿਕਾਰ ਤਾਂ ਸਤਿਗੁਰਾਂ ਦੀ ਮੌਜੂਦਗੀ ਦੇ ਵਿੱਚ ਵੀ ਹੁੰਦਾ ਸੀਗਾ। ਇਸ ਕਰਕੇ ਸੰਗਤ ਦੇ ਵਿੱਚ ਧੀਰਮਲ ਇਸ ਤਰ੍ਹਾਂ ਬੈਠ ਗਿਆ ਹੈ
ਤੇ ਗਰੀਬਨ ਨਿਵਾਜ ਸਤਿਗੁਰੂ ਜੀ ਬੰਨ ਗੁਰ ਬੈਠਿਓ ਹੈ ਤਿਸ ਠਾਰ। ਸਤਿਗੁਰਾਂ ਨੂੰ ਪਤਾ ਲੱਗਿਆ ਕਿ ਧੀਰਮਲ ਗੁਰੂ ਬਣ ਕੇ ਆਪਣੇ ਆਪ ਨੂੰ ਗੁਰੂ ਥਾਪ ਕਰਕੇ ਬੈਠਿਆ ਹੈ। ਨਿਕਟ ਬਾਤ ਕੱਢੋ ਸੁਨਾਏ। ਔਰ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕੁਝ ਸੇਵਕਾਂ ਨੂੰ, ਕੁਝ ਯੋਧਿਆਂ ਨੂੰ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਕੋਲ ਸੱਦਿਆ ਹੈ। ਆਪ ਕੀ ਜੀ ਬੈਠੇ ਕਿਸ ਥਾਏ। ਤੇ ਸਤਿਗੁਰਾਂ ਨੇ ਬਚਨ ਕੀਤਾ ਕਿ ਜੇ ਹੁਣ ਧੀਰਮਲ ਜਿਸ ਤਰ੍ਹਾਂ ਸਵੇਰ ਵੇਲੇ ਲੰਮਾ ਸਮਾਂ ਬੈਠਾ ਰਿਹਾ ਹੈ, ਤੇ ਬਚਨ ਕੀਤਾ ਜੇ ਹੁਣ ਸ਼ਾਮ ਵੇਲੇ, ਕਿਉਂਕਿ ਹੁਣ ਦੁਪਹਿਰ ਦੇ ਸਮੇਂ ਧੀਰਮਲ ਉੱਠਿਆ ਹੋਇਆ ਹੈ, ਤੇ ਅਗਾਂਹ ਜਦੋਂ ਵੀ ਫਿਰ ਇਸ ਤਰ੍ਹਾਂ ਦਾ ਪਖੰਡ ਕਰੇਗਾ, ਚਲੋ ਹੁਣ ਤਾਂ ਜਾਣ ਦਿਓ, ਪਰ ਜੇ ਦੁਬਾਰਾ ਇਸ ਤਰ੍ਹਾਂ ਬੈਠੇਗਾ ਔਰ ਫਿਰ ਆਦਰ ਦੇ ਨਾਲ ਨਹੀਂ, ਨਿਰਾਦਰ ਦੇ ਨਾਲ ਇਹਨੂੰ ਉੱਥੋਂ ਉਠਾ ਦੇਣਾ ਹੈ। ਧੀਰਮਲ ਨੂੰ ਉੱਥੇ ਬੈਠਣ ਨਹੀਂ ਦੇਣਾ। ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਚਨ ਕੀਤਾ, ਕਰੋ ਨਿਰਾਦਰ ਦੇਹੋ ਉਠਾਏ। ਆਪਣੇ ਆਪ ਨੂੰ ਗੁਰੂ ਐਲਾਨ ਦੇਣਾ। ਗੁਰੂ ਤਾਂ ਉਹ ਹਮੇਸ਼ਾ ਜਿਹਦੇ ਅੰਦਰ ਅੱਤ ਦੀ ਨਿਮਰਤਾ ਹੋਵੇ, ਜਿਹੜਾ ਗੁਰੂ ਦੇ ਹੁਕਮ ਦੇ ਵਿੱਚ ਚੱਲਣ ਵਾਲਾ ਹੋਵੇ, ਭਾਣੇ ਦੇ ਵਿੱਚ ਰਹਿਣ ਵਾਲਾ। ਇਹ ਸਾਰੀ ਜ਼ਿੰਦਗੀ ਮਰਿਆਦਾ ਦੇ ਵਿੱਚ ਨਹੀਂ ਰਿਹਾ ਤੇ ਬਿਨਾਂ ਹੁਕਮ ਤੋਂ ਆਪਣੇ ਆਪ ਨੂੰ ਗੁਰੂ ਐਲਾਨ ਲਿਆ ਹੈ। ਤੇ ਸਤਿਗੁਰਾਂ ਨੇ ਬਚਨ ਕੀਤਾ, ਇਹਦਾ ਮਾਨ ਸਨਮਾਨ ਹੁਣ ਨਹੀਂ ਹੋਏਗਾ। ਔਰ ਇੱਥੋਂ ਤੱਕ ਸਤਿਗੁਰਾਂ ਨੇ ਬਚਨ ਕੀਤਾ, ਕਹਿਣ ਲੱਗੇ ਕਿ ਜੇ ਦੁਬਾਰਾ ਪਖੰਡ ਰਚਿਆ ਨਾ ਇਸਨੇ, ਤੇ ਇਹਨੂੰ ਕੀਰਤਪੁਰ ਸਾਹਿਬ ਜੀ ਦਾ ਜਿਹੜਾ ਨਗਰ ਹੈ ਇਹਦੇ ਤੋਂ ਬਾਹਰ ਕੱਢ ਦਿੱਤਾ ਜਾਵੇ। ਨਿਰਾਦਰ ਕਰਕੇ ਧੱਕੇ ਮਾਰ ਕੇ ਇਹਨੂੰ ਬਾਹਰ ਕੱਢਿਆ ਜਾਏ। ਤੇ ਹੁਣ ਇਸ ਪ੍ਰਕਾਰ ਕਹਿਣ ਲੱਗੇ ਗਰੀਬਨ ਨਿਵਾਜ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ, ਇਮ ਦਾਸਨ ਸੋ ਹੁਕਮ ਬਖਾਨਾ। ਕੁਝ ਆਪਣੇ ਗੁਰਮੁਖਾਂ ਨੂੰ, ਪਿਆਰਿਆਂ ਨੂੰ ਕੋਲ ਸੱਦਿਆ ਤੇ ਕੁਝ ਯੋਧਿਆਂ ਨੂੰ ਕਿਹਾ। ਸਾਰਿਆਂ ਵਾਸਤੇ ਸਤਿਗੁਰਾਂ ਨੇ ਇਹ ਹੁਕਮ ਕੀਤਾ ਹੈ। ਤੇ ਹੁਣ ਜਦੋਂ ਪੈਰ ਕੋ ਦਿਨ ਬਾਕੀ ਰਹਿ ਗਿਆ, ਸ਼ਾਮ ਦਾ ਸਮਾਂ, ਤਕਰੀਬਨ ਇਹੀ ਸਮਾਂ ਲਾ ਲਓ, ਸ਼ਾਮ ਦਾ ਵੇਲਾ ਜਦੋਂ ਹੋਇਆ ਹੈ, ਤੇ ਗੁਰੂ ਕੇ ਸੇਵਾਦਾਰ ਔਰ ਯੋਧੇ ਬੜੇ ਸਾਵਧਾਨ ਹੋ ਗਏ ਹਨ। ਔਰ ਉਧਰ ਧੀਰਮਲ ਜਿਸ ਤਰ੍ਹਾਂ ਸੁਬਹ ਵਾਲੇ ਸਮੇਂ ਜਿਸ ਢੰਗ ਦੇ ਨਾਲ ਬੈਠਾ ਸੀਗਾ, ਤੇ ਉਸੇ ਢੰਗ ਦੇ ਨਾਲ ਹੀ ਫਿਰ ਜਿਹੜੀ ਬਹੁਤ ਵੱਡੀ ਤਿਆਰੀ ਕਰਵਾਈ ਹੈ। ਸੋਹਣਾ ਜਿਹੜਾ ਵੱਡਾ ਪਲੰਘਾ ਡਾਇਆ ਹੋਇਆ ਹੈ, ਵਿਛਾਈ ਕੀਤੀ ਹੋਈ ਹੈ, ਵੱਡਾ ਪਿਛਲੇ ਪਾਸੇ ਸਿਰਹਾਣਾ ਰੱਖਿਆ ਹੋਇਆ ਹੈ। ਕੁਝ ਸੇਵਾਦਾਰ ਚੌਰ ਸਾਹਿਬ ਦੇ ਕਰਕੇ ਖਿਲਾਰੇ ਹੋਏ ਹਨ ਕੋਲ। ਉਸੇ ਢੰਗ ਦਾ ਜਿਸ ਤਰ੍ਹਾਂ ਸੁਬਹ ਕੰਮ ਕੀਤਾ ਹੈ, ਉਸੇ ਤਰ੍ਹਾਂ ਧੀਰਮਲ ਨੇ ਸ਼ਾਮ ਵੇਲੇ ਵੀ ਕੀਤਾ ਹੈ। ਤੇ ਉਸੇ ਥਾਂ ਤੇ ਜਿਹੜਾ ਦੁਆਰਾ ਜਿੱਥੇ ਅੱਗੇ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਦਰਬਾਰ ਹੈ, ਉਹਦੇ ਸਾਹਮਣੇ ਉਸੇ ਜਗ੍ਹਾ ਤੇ ਧੀਰਮਲ ਸੁਬਹ ਵਾਲੀ ਜਗ੍ਹਾ ਤੇ ਫਿਰ ਬੈਠ ਗਿਆ ਹੈ। ਤੇ ਵੱਡਾ ਜਿਹੜਾ ਪਲੰਘਾ ਹੈ ਧੀਰਮਲ ਵਾਸਤੇ, ਉਹਦੇ ਜਿਹੜੇ ਸੇਵਾਦਾਰ ਉਹਦੇ ਹੁਕਮ ਦੇ ਵਿੱਚ ਚੱਲਣ ਵਾਲੇ, ਉਹਨਾਂ ਨੇ ਢਾਹ ਦਿੱਤਾ ਹੈ। ਤੇ ਆ ਕਰਕੇ ਬੜੇ ਖੁਸ਼ ਹੋ ਕਰਕੇ ਧੀਰਮਲ ਆ ਕਰਕੇ ਉੱਪਰ ਬੈਠਾ ਹੈ ਪਲੰਘੇ ਤੇ। ਤੇ ਉਹਦੇ ਆਪਣੇ ਜਿਹੜੇ ਬਣਾਏ ਹੋਏ ਉਹਦੇ ਸੇਵਾਦਾਰ ਸਨ, ਜਿਹੜੇ ਉਹਨੇ ਆਪਣੇ ਨਾਲ ਜੋੜੇ ਸਨ, ਜਿਨ੍ਹਾਂ ਨੂੰ ਕਈ ਤਰ੍ਹਾਂ ਦਾ ਲਾਲਚ ਦਿੱਤਾ ਹੋਇਆ ਹੈ। ਉਹਨਾਂ ਨੇ ਉਸੇ ਢੰਗ ਦੇ ਨਾਲ ਸੁਬਹ ਦੀ ਵਾਂਗ ਫਿਰ ਚੌਰ ਸਾਹਿਬ ਕਰਨਾ ਸ਼ੁਰੂ ਕੀਤਾ ਹੈ। ਤੇ ਬੇਅੰਤ ਸੰਗਤ ਜਿਹੜੀ ਆ ਰਹੀ ਹੈ, ਉਹ ਧੀਰਮਲ ਨੂੰ ਦੇਖ ਕੇ ਤੇ ਉਹਦੇ ਅੱਗੇ ਝੁਕਦੀ ਹੈ ਕਿ ਇੱਕ ਤਾਂ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪੋਤਰਾ ਹੈ, ਤੇ ਦੂਸਰਾ ਇਹਦੇ ਸੇਵਾਦਾਰ ਕਹਿ ਰਹੇ ਹਨ ਧੀਰਮਲ ਦੇ ਕਿ ਇਸ ਨੇ ਹੀ ਅਗਲਾ ਗੁਰੂ ਬਣਨਾ ਹੈ। ਕੁਝ ਦਿਨਾਂ ਬਾਅਦ ਛੇਵੇਂ ਪਾਤਸ਼ਾਹ ਜੀ ਨੇ ਇਸ ਨੂੰ ਹੀ ਗੁਰਤਾ ਗੱਦੀ ਦੇਣੀ ਹੈ। ਔਰ ਇਸ ਤਰ੍ਹਾਂ ਕਰ ਕਰਕੇ ਧੀਰਮਲ ਦੀ ਬਹੁਤ ਵੱਡੀ ਸੋਭਾ ਉਹ ਕਰ ਰਹੇ ਸਨ, ਤੇ ਬਹੁਤ ਵੱਡਾ ਧਨ ਧੀਰ
ਦਰਬ ਭੇਟਾਵਾਂ ਸੰਗਤਾਂ ਅੱਗੇ ਰੱਖ ਰਹੀਆਂ ਹਨ। ਤੇ ਪ੍ਰਮੋਦਤ ਮੈਂ ਗੁਰ ਬਣਿਓ। ਔਰ ਧੀਰ ਮਲ ਹਿਰਦੇ ਦੇ ਵਿੱਚ ਅੱਤ ਦਾ ਖੁਸ਼ ਹੈ, ਪ੍ਰਸੰਨ ਹੈ ਕਿ ਮੈਂ ਸੁਬਾਹ ਵੀ ਬੈਠਾ ਸੀਗਾ, ਮੈਨੂੰ ਕਿਸੇ ਨੇ ਰੋਕਿਆ ਨਹੀਂ, ਤੇ ਸ਼ਾਮ ਵੇਲੇ ਬੈਠਾ ਹੈ ਤੇ ਸੰਗਤ ਆ ਕੇ ਝੁਕ ਰਹੀ ਹੈ, ਅੱਗੇ ਬੇਅੰਤ ਭੇਟਾਵਾਂ ਰੱਖ ਰਹੀ ਹੈ। ਧੀਰ ਮਲ ਬੜਾ ਖੁਸ਼ ਹੋ ਰਿਹਾ ਹੈ ਕਿ ਮੇਰਾ ਬਹੁਤ ਵੱਡਾ ਸਨਮਾਨ ਸੰਗਤ ਕਰ ਰਹੀ ਹੈ। ਸੰਗਤ ਮੈਂ ਜੇ ਆਪ ਮੰਨਿਓ। ਔਰ ਜੇ ਸਾਰੀ ਸੰਗਤ ਨੇ ਮੈਨੂੰ ਹੁਣ ਮੰਨ ਲਿਆ ਨਾ, ਜੇ ਸਾਰੀ ਸੰਗਤ ਇਸੇ ਤਰ੍ਹਾਂ ਝੁਕਦੀ ਰਹੀ ਮੇਰੇ ਅੱਗੇ, ਤੇ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਵੀ ਜਾ ਕਰਕੇ ਬੇਨਤੀ ਕਰੇਗੀ। ਬਹੁਰ ਨਾ ਮੇਰੀ ਪੂਜਾ ਜਾਏ। ਤੇ ਬਾਅਦ ਵਿੱਚ ਕਦੇ ਵੀ ਜੇ ਹੁਣ ਕੁਝ ਦਿਨ ਮੇਰੀ ਪੂਜਾ ਹੋ ਗਈ, ਜਿਹੜੀ ਸੰਗਤ ਹੁਣ ਆ ਰਹੀ ਹੈ ਇੱਕ ਵਾਰੀ ਮੇਰੇ ਨਾਲ ਜੁੜ ਗਈ ਨਾ, ਤੇ ਬਾਅਦ ਵਿੱਚ ਕਦੇ ਵੀ ਇਹ ਮੇਰਾ ਸਤਿਕਾਰ ਕਰਨੋਂ ਹਟਣਗੇ ਨਹੀਂ। ਸਤਿਗੁਰਾਂ ਦੀ ਮੌਜੂਦਗੀ ਦੇ ਵਿੱਚ ਹੀ ਮੇਰਾ ਬਹੁਤ ਵੱਡਾ ਸਨਮਾਨ ਹੋਣ ਲੱਗ ਪਿਆ ਹੈ। ਦੇਸ਼ ਕੇ ਸਿੱਖ ਇੱਕ ਸਮੁਦਾਇ। ਤੇ ਚਾਰੇ ਪਾਸਿਆਂ ਦੇ ਜਿਹੜੇ ਸਿੱਖ ਗੁਰੂ ਕੇ ਚਰਨਾਂ ਦੇ ਵਿੱਚ ਆ ਰਹੇ ਸਨ, ਉਹ ਇਸ ਤਰ੍ਹਾਂ ਸਤਿਗੁਰਾਂ ਦੇ ਦਰਸ਼ਨਾਂ ਵਾਸਤੇ ਜਾਂਦੇ ਹਨ, ਧੀਰ ਮਲ ਨੂੰ ਦੇਖਦੇ ਹਨ। ਦੀ ਆਦਿਕ ਦੇ ਵਿਚਾਰਤ। ਤੇ ਹੁਣ ਕਹਿਣ ਲੱਗੇ ਕਿ ਇਸ ਤੇ ਆਦਿਕ ਹਿਰਦੇ ਵਿਚਾਰਤ, ਇਹ ਸਾਰਾ ਕੁਛ ਮਨ ਦੇ ਵਿੱਚ ਵਿਚਾਰਦੇ ਹਨ, ਧੀਰ ਮਲ ਨੂੰ ਦੇਖਦੇ ਹਨ। ਅਨੇਕ ਵਿਧਨ ਕੀ ਧੰਮ ਸਾਰਤ। ਤੇ ਧੀਰ ਮਲ ਅਨੇਕਾਂ ਤਰ੍ਹਾਂ ਦਾ ਦੰਭ ਜਿਹੜਾ ਹੈ, ਪਖੰਡ ਜਿਹੜਾ ਹੈ, ਇਹਨੇ ਰਚਿਆ ਹੋਇਆ ਹੈ। ਉਸੇ ਤਰ੍ਹਾਂ ਹੀ ਸੇਵਾਦਾਰ ਭੇਟਾਵਾਂ ਲੈ ਕਰਕੇ ਧੀਰ ਮਲ ਦੇ ਅੱਗੇ ਅਰਦਾਸ ਕਰ ਰਹੇ ਹਨ। ਇਹ ਸਤਿਗੁਰੂ ਜੀ ਹਨ, ਇਹਨਾਂ ਨੇ ਬਹੁਤ ਵੱਡਾ ਸਨਮਾਨ ਕਰਨਾ ਹੈ ਤੇ 7ਵੇਂ ਪਾਤਸ਼ਾਹ ਬਣਨਾ ਹੈ। 6ਵੇਂ ਸਤਿਗੁਰਾਂ ਤੋਂ ਬਾਅਦ 7ਵੇਂ ਪਾਤਸ਼ਾਹ ਇਹਨਾਂ ਨੇ ਬਣਨਾ ਹੈ। ਤੇ ਸਾਰੇ ਤਰ੍ਹਾਂ ਦਾ ਪਖੰਡ ਧੀਰ ਮਲ ਨੇ ਕੀਤਾ ਹੈ। ਉਸੇ ਤਰ੍ਹਾਂ ਸਤਿਗੁਰਾਂ ਦੇ ਵਾਂਗ ਹੀ ਆਪਣੀ ਸੋਭਾ ਬਣਾ ਰਿਹਾ ਹੈ। ਮੈਂ ਸਤਿਗੁਰ ਕੀ ਦਾਸ। ਔਰ ਇਤਨੇ ਵਿੱਚ ਜਿਹੜੇ ਸੇਵਾਦਾਰਾਂ ਨੂੰ, ਜਿਹੜੇ ਸਿੱਖਾਂ ਨੂੰ, ਜਿਹੜੇ ਯੋਧਿਆਂ ਨੂੰ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕੋਲ ਸੱਦ ਕੇ ਸੁਚੇਤ ਕੀਤਾ ਸੀਗਾ ਕਿ ਭਾਈ ਜੇ ਦੁਬਾਰਾ ਧੀਰ ਮਲ ਪਖੰਡ ਕਰੇਗਾ ਤੇ ਨਗਰ ਦੇ ਵਿੱਚੋਂ ਬੇਇੱਜ਼ਤ ਕਰਕੇ ਬਾਹਰ ਕੱਢ ਦਿੱਤਾ ਜਾਏ। ਧੱਕੇ ਮਾਰ ਕੇ ਉਹਨਾਂ ਨੇ ਦੇਖ ਲਿਆ ਕਿ ਧੀਰ ਮਲ ਫਿਰ ਉਸੇ ਤਰ੍ਹਾਂ ਆ ਕੇ ਬੈਠਾ ਹੈ। ਤੇ ਜਦੋਂ ਉਹਨਾਂ ਨੂੰ ਪਤਾ ਲੱਗਾ, ਜਾ ਕਰਕੇ ਸੰਗਤ ਨੇ ਦੱਸਿਆ ਹੈ, ਉਹ ਸੁਣ ਕੇ ਤੇ ਧੀਰ ਮਲ ਦੇ ਕੋਲ ਪਹੁੰਚ ਗਏ ਹਨ। ਤੇ ਕਹਿਣ ਲੱਗੇ ਕਿ ਹੁਣ ਸੰਗ ਮਸੰਦ ਅਪਰ ਨਰ ਜਈ। ਕੁਝ ਮਸੰਦ ਧੀਰ ਮਲ ਨੇ ਲਾਲਚ ਦੇ ਕਰਕੇ ਗੁਰੂ ਘਰ ਦੇ ਜਿਹੜੇ ਪ੍ਰਚਾਰਕ ਸਨ ਜਾਂ ਵੱਖਰੇ ਵੱਖਰੇ ਇਲਾਕਿਆਂ ਦੇ ਵਿੱਚ ਥਾਪੇ ਹੋਏ ਜਿਹੜੇ ਪ੍ਰਬੰਧਕ ਸਨ, ਧੀਰ ਮਲ ਨੇ ਕਈਆਂ ਨੂੰ ਲਾਲਚ ਦੇ ਕਰਕੇ ਆਪਣੇ ਨਾਲ ਜੋੜਿਆ ਹੋਇਆ ਸੀਗਾ। ਕਈ ਤਾਂ ਪਹਿਲਾਂ ਹੀ ਜੁੜੇ ਹੋਏ ਸਨ ਤੇ ਕਈਆਂ ਨੂੰ ਹੋਰ ਵੀ ਧੀਰ ਮਲ ਨੇ ਕਹਿ ਕਰਕੇ ਜੋੜ ਲਿਆ ਆਪਣੇ ਨਾਲ। ਕਹਿਣ ਲੱਗੇ ਸੰਗ ਮਸੰਦ ਅਪਰ ਨਰ ਜਈ। ਜਿਹੜੇ ਮਸੰਦ ਤੇ ਕੁਝ ਲੋਕ ਹੋਰ ਲਾਲਚੀ ਜਾਂ ਧੀਰ ਮਲ ਦੇ ਆਪਣੇ ਜਿਹੜੇ ਨੌਕਰ ਸਾਰੇ ਆਸ-ਪਾਸ ਖੜੇ ਸਨ। ਔਰ ਗੁਰੂ ਕੇ ਸੇਵਾਦਾਰ ਤੇ ਸਤਿਗੁਰਾਂ ਦੇ ਯੋਧੇ ਉਸੇ ਵੇਲੇ ਉੱਥੇ ਆ ਗਏ ਤੇ ਉਹਨਾਂ ਨੇ ਆ ਕਰਕੇ ਹੁਕਮ ਸੁਣਾਇਆ ਕਿ ਪਾਤਸ਼ਾਹ ਜੀ ਦਾ ਹੁਕਮ ਹੈ, ਧੀਰ ਮਲ ਜੇ ਪਖੰਡ ਕਰੇਗਾ ਤੇ ਇਹਨੂੰ ਨਗਰ ਦੇ ਵਿੱਚੋਂ ਬਾਹਰ ਕੱਢ ਦਿੱਤਾ ਜਾਏ। ਤੇ ਉਹਨਾਂ ਨੇ ਸੇਵਾਦਾਰਾਂ ਨੇ, ਗੁਰੂ ਕੇ ਯੋਧਿਆਂ ਨੇ ਆਖਿਆ ਕਿ ਭਾਈ ਹੁਣ ਤੁਹਾਨੂੰ ਬਖਸ਼ਿਆ ਨਹੀਂ ਜਾਏਗਾ। ਉਹ ਉਸੇ ਵੇਲੇ ਆਏ ਤੇ ਉਹਨਾਂ ਨੇ ਇੱਕਦਮ ਜਿਹੜੇ ਵੀ ਧੀਰ ਮਲ ਦੇ ਆਸ-ਪਾਸ ਖੜੇ ਸਨ ਉਹਨਾਂ ਨੂੰ ਪਕੜਿਆ ਹੈ। ਤੇ ਜਦੋਂ ਉਹਨਾਂ ਨੂੰ ਪਕੜਨ ਲੱਗੇ, ਜਦੋਂ ਪਤਾ ਲੱਗਿਆ ਧੀਰ ਮਲ ਦੇ ਆਸ-ਪਾਸ ਜਿਤਨੇ ਵੀ ਖੜੇ ਸਨ ਕਿ ਹੁਣ ਤਾਂ ਸੋਧਾ ਲੱਗੇਗਾ, ਗੁਰੂ ਕੇ ਯੋਧੇ ਬਖਸ਼ਣਗੇ ਨਹੀਂ, ਤੇ ਗੁਰੂ ਕੀ ਆਗਿਆ ਤੋਂ ਬਿਨਾਂ ਹੀ ਅਸੀਂ ਇਸ ਨੂੰ ਗੁਰੂ ਬਣਾ ਦਿੱਤਾ ਹੈ ਜਾਂ ਇਹਦੀ ਪੂਜਾ ਦੇ ਵਿੱਚ ਲੱਗੇ ਹੋਏ ਹਾਂ ਜਾਂ ਸੰਗਤ ਨੂੰ ਜੋੜ ਰਹੇ ਹਾਂ, ਜਾਣਦੇ ਤਾਂ ਉਹ ਵੀ ਸਾਰਾ ਕੁਝ ਸਨ। ਪਰ ਜਦੋਂ ਗੁਰੂ ਕੇ ਯੋਧੇ ਆਏ ਹਨ ਤੇ ਇੱਕਦਮ ਫਿਰ ਕੀ ਹੋਇਆ, ਕਹਿਣ ਲੱਗੇ ਕਿ ਕੇਤਕ ਕੇ ਪਗਿਆ ਗਿਰ ਪਰੇ। ਇੱਕਦਮ ਇਤਨੀ ਕਾਲੀ ਦੇ ਨਾਲ ਉਹ ਭੱਜ ਗਏ, ਧੀਰ ਮਲ ਨੂੰ ਛੱਡ ਕੇ ਦੌੜ ਗਏ ਕਿ ਆਪਣੀਆਂ ਪਗੜੀਆਂ ਵੀ ਸੰਭਾਲ ਨਹੀਂ ਸਕੇ। ਇੱਕਦਮ ਉੱਥੋਂ ਦੌੜਨੇ ਸ਼ੁਰੂ ਹੋ ਗਏ ਹਨ।
ਤੇ ਉਸੇ ਵੇਲੇ ਝਾਟੀ ਧੀਰਮਲ ਦੇ ਕੋਲੋਂ ਦੌੜ ਦੌੜ ਕੇ ਪਰਾਂ ਹੋ ਗਏ, ਦੂਰ ਚਲੇ ਗਏ। ਕੋਈ ਵੀ ਉੱਥੇ ਧੀਰਮਲ ਦੇ ਕੋਲ ਖੜਿਆ ਨਹੀਂ ਹੈ। ਚਮਰ ਸੋ ਦਇਓ ਬਗਾਏ। ਔਰ ਜਿਹੜਾ ਉੱਤੇ ਛਤਰ ਝੁੱਲ ਰਿਹਾ ਹੈ, ਛੀਨ ਚਮਰ ਸੋ ਦਇਓ ਬਗਾਏ, ਗੁਰੂ ਕੇ ਸੇਵਾਦਾਰਾਂ ਨੇ, ਯੋਧਿਆਂ ਨੇ ਉਹਨਾਂ ਦੇ ਕੋਲੋਂ ਲੈ ਲਿਆ ਹੈ। ਤੇ ਜਿਹੜੇ ਸੇਵਾਦਾਰ ਲੱਗੇ ਹੋਏ ਸਨ ਉਹ ਦੌੜ ਗਏ ਹਨ। ਔਰ ਉਸੇ ਵੇਲੇ ਜਿਸ ਸਰਾਣੇ ਤੇ ਢੋਲਾ ਕਰਕੇ ਗੁਰੂਆਂ ਦੇ ਵਾਂਗ ਬੜਾ ਸੱਜ ਧੱਜ ਕੇ ਧੀਰਮਲ ਬੈਠਾ ਹੋਇਆ ਹੈ, ਬਾਂਹ ਤੋਂ ਪਕੜ ਕੇ ਉਹਨਾਂ ਨੇ ਉਠਾ ਦਿੱਤਾ ਤੇ ਜਿਹੜਾ ਸਰਾਣਾ ਹੈ ਉਹ ਫੜ ਕੇ ਵਗਾ ਕੇ ਪਰਾਂ ਮਾਰਿਆ ਤੇ ਧੀਰਮਲ ਦਾ ਸਾਰਾ ਜਿਹੜਾ ਆਸਨ ਪਲੰਗਾ ਚੁੱਕ ਦਿੱਤਾ ਗਿਆ ਹੈ। ਤੇ ਬੜੇ ਕਰਾਰੇ ਸ਼ਬਦਾਂ ਦੇ ਵਿੱਚ ਉਹਨੂੰ ਵਾਰ-ਵਾਰ ਵਰਜ ਰਹੇ ਹਨ, ਵਾਰ-ਵਾਰ ਹਟਾ ਰਹੇ ਹਨ ਕਿ ਹੇ ਪਖੰਡੀ, ਤੂੰ ਬਿਨਾਂ ਸਤਿਗੁਰਾਂ ਦੀ ਆਗਿਆ ਤੋਂ ਜਾਂ ਹਮੇਸ਼ਾ ਗੁਰੂ ਘਰ ਦੀ ਮਰਿਆਦਾ ਰਹੀ ਹੈ। ਜਿਹੜਾ ਵੀ ਗੁਰੂ ਬਣਦਾ ਹੈ ਸਤਿਗੁਰੂ ਜੀ ਆਪ ਨਿਵਾਜਦੇ ਹਨ, ਸੰਗਤ ਦੇ ਵਿੱਚ ਬਿਠਾ ਕਰਕੇ ਮਰਿਆਦਾ ਦੇ ਤਹਿਤ ਗੁਰੂ ਥਾਪਿਆ ਜਾਂਦਾ ਹੈ। ਤੇ ਤੂੰ ਆਪਣੇ ਆਪ ਹੀ, ਸਤਿਗੁਰਾਂ ਨੇ ਕੋਈ ਬਖਸ਼ਿਸ਼ ਤੈਨੂੰ ਦਿੱਤੀ ਨਹੀਂ ਹੈ ਤੇ ਤੂੰ ਆਪਣੇ ਆਪ ਹੀ ਗੁਰੂ ਕਹਾ ਰਿਹਾ ਹੈ, ਆਪਣੇ ਆਪ ਨੂੰ ਸਤਿਗੁਰੂ ਕਹਾ ਰਿਹਾ ਹੈ, ਸੰਗਤਾਂ ਦੇ ਕੋਲੋਂ ਅਰਦਾਸਾਂ ਕਰਵਾ ਰਿਹਾ ਤੇ ਭੇਟਾਂ ਇਕੱਠੀਆਂ ਕਰ ਰਿਹਾ ਹੈ। ਪਾਤਸ਼ਾਹ ਜੀ ਦਾ ਹੁਕਮ ਹੈ ਕਿ ਇਹ ਬਹੁਤ ਵੱਡਾ ਗੁਨਾਹ ਹੈ, ਇਹ ਧੀਰਮਲ ਹੁਣ ਤੈਨੂੰ ਬਖਸ਼ਿਆ ਨਹੀਂ ਜਾਏਗਾ। ਔਰ ਕਹਿਣ ਲੱਗੇ ਕਿ ਹੁਣ ਇਸ ਵੇਲੇ ਫਿਰ ਧੀਰਮਲ ਨੂੰ ਕੁਛ ਜਿਹੜੀ ਉਹ ਸੋਧਾ ਵੀ ਲੱਗਿਆ ਹੈ। ਕਹਿਣ ਲੱਗੇ ਕਿ ਇੱਥੇ ਫਿਰ ਹੁਣ ਗਰੀਬ ਨਿਵਾਜ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਹੁਕਮ ਸੀਗਾ ਤੇ ਜਿਹਦੇ ਕਰਕੇ ਧੀਰਮਲ ਨੂੰ ਉਹਨਾਂ ਨੇ ਉਸ ਜਗ੍ਹਾ ਤੋਂ ਬਾਹਰ ਕੱਢ ਦਿੱਤਾ ਹੈ। ਔਰ ਗਰੀਬ ਨਿਵਾਜ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਆਪ ਹਾਜ਼ਰ ਨਾਜ਼ਰ ਹਨ, ਆਪ ਚੜ੍ਹਦੀ ਕਲਾ ਦੇ ਵਿੱਚ ਹਨ ਤੇ ਬਿਨਾਂ ਮਰਿਆਦਾ ਤੋਂ ਹੇ ਪਖੰਡੀ ਤੂੰ ਇੱਥੇ ਬੈਠਾ ਹੈ। ਔਰ ਅਸਲ ਦੇ ਵਿੱਚ ਤੂੰ ਬਹੁਤ ਵੱਡਾ ਠੱਗ ਹੈ, ਸੰਗਤ ਦੇ ਕੋਲੋਂ ਭੇਟਾ ਲੈ ਰਿਹਾ ਹੈ, ਠੱਗ ਰਿਹਾ ਹੈ। ਇਹ ਬਹੁਤ ਵੱਡਾ ਗੁਨਾਹ ਹੈ, ਇਹ ਛੋਟੀ ਗੱਲ ਨਹੀਂ ਹੈ। ਤੇ ਕਹਿਣ ਲੱਗੇ ਕਿ ਹੁਣ ਬਾਹਰ ਜੇ ਬੈਠੋ ਕਰੋ ਪਖੰਡ, ਜੇ ਤੂੰ ਦੁਬਾਰਾ ਕਿਤੇ ਕੀਰਤਪੁਰ ਸਾਹਿਬ ਜੀ ਦੀ ਧਰਤੀ ਤੇ ਇਸ ਤਰ੍ਹਾਂ ਆਸਨ ਡਾਹ ਕਰਕੇ ਬੈਠਾ, ਚੌਰ ਸਾਹਿਬ ਚਲਾਇਆ, ਅਰਦਾਸਾਂ ਕਰਵਾਈਆਂ ਜੇ ਸੰਗਤਾਂ ਤੋਂ, ਜੇ ਕਿਤੇ ਦੁਬਾਰਾ ਜੇ ਭੇਟਾ ਲਏਗਾ ਔਰ ਸਤਿਗੁਰਾਂ ਦਾ ਹੁਕਮ ਹੈ ਤੇਰੀਆਂ ਫਿਰ ਬਾਹਾਂ ਬੰਨ੍ਹ ਲਈਆਂ ਜਾਣਗੀਆਂ, ਮੁਸ਼ਕਾਂ ਬੰਨ੍ਹ ਦਿੱਤੀਆਂ ਜਾਣਗੀਆਂ। ਕਹਿਣ ਲੱਗੇ ਮੁਸ਼ਕੈ ਬਾਂਧ ਦੇਹੇ ਗੁਰ ਦੰਡ, ਤੇ ਸਤਿਗੁਰੂ ਜੀ ਤੈਨੂੰ ਬਹੁਤ ਵੱਡਾ ਦੰਡ ਦੇਣਗੇ ਨਹੀਂ, ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਬਖਸ਼ਣਗੇ ਨਹੀਂ, ਬਹੁਤ ਵੱਡੀ ਤੈਨੂੰ ਸਜ਼ਾ ਇਸ ਤੋਂ ਵੀ ਵੱਡੀ ਦਿੱਤੀ ਜਾਏਗੀ। ਔਰ ਖਿਆਲ ਕਰੀ ਸਾਨੂੰ ਸਤਿਗੁਰਾਂ ਦਾ ਸਖਤ ਹੁਕਮ ਹੈ, ਅਸੀਂ ਟਲਾਂਗੇ ਨਹੀਂ। ਜੇ ਤੂੰ ਕੀਰਤਪੁਰ ਸਾਹਿਬ ਦੀ ਧਰਤੀ ਤੇ ਕਿਤੇ ਵੀ ਦਿਸ ਗਿਆ ਜਾਂ ਕਿਤੇ ਵੀ ਦੁਬਾਰਾ ਇਸ ਤਰ੍ਹਾਂ ਬੈਠੇਗਾ ਤੇ ਅਸੀਂ ਭੋਰਾ ਵੀ ਢਿੱਲ ਨਹੀਂ ਕਰਾਂਗੇ। ਤੇ ਫਿਰ ਤੈਨੂੰ ਹੁਣ ਤਾਂ ਛੱਡ ਦੇਵਾਂਗੇ, ਤੂੰ ਆਪਣੀ ਮਰਜ਼ੀ ਦੇ ਨਾਲ ਜਾ ਸਕਦਾ ਹੈ ਜਿੱਧਰ ਨੂੰ ਚਾਹਵੇਂ, ਪਰ ਜੇ ਦੁਬਾਰਾ ਪਖੰਡ ਕਰਕੇ ਬੈਠਾ ਤੇ ਫਿਰ ਅਸੀਂ ਤੈਨੂੰ ਛੱਡਾਂਗੇ ਵੀ ਨਹੀਂ, ਮੁਸ਼ਕਾਂ ਬੰਨ੍ਹ ਲਵਾਂਗੇ ਤੇ ਇੱਥੇ ਕੈਦ ਦੇ ਵਿੱਚ ਪਾ ਦੇਵਾਂਗੇ। ਤੇ ਬੜਾ ਜਿਹੜਾ ਸਖਤ ਹੁਕਮ ਹੈ ਉਹ ਗੁਰੂ ਕੇ ਸੇਵਾਦਾਰਾਂ ਨੇ, ਯੋਧਿਆਂ ਨੇ ਧੀਰਮਲ ਨੂੰ ਸੁਣਾਇਆ ਹੈ। ਤੇ ਸਾਰੀ ਜਿਹੜੀ ਸੰਗਤ ਹੈ, ਅਣਜਾਣ ਸੰਗਤ ਜਿਹੜੀ ਦੂਰ ਨੇੜੇ ਤੋਂ ਚੱਲ ਕੇ ਆਈ ਹੈ, ਸਾਰੀ ਸੰਗਤ ਦੇ ਵਿੱਚ ਧੀਰਮਲ ਦਾ ਬਹੁਤ ਵੱਡਾ ਨਿਰਾਦਰ ਹੋਇਆ ਹੈ, ਅਪਮਾਨ ਹੋਇਆ ਹੈ। ਸਾਰਿਆਂ ਨੇ ਦੇਖ ਲਿਆ ਹੈ, ਜਾਣ ਲਿਆ ਹੈ। ਗਰੀਬ ਨਿਵਾਜ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜੋ ਹੁਕਮ ਸੀਗਾ, ਇਤਿਆਦਿਕ ਬਹੁਕਾਰ ਅਪਮਾਨਾ, ਇਸ ਤਰ੍ਹਾਂ ਦਾ ਵੱਡਾ ਅਪਮਾਨ ਧੀਰਮਲ ਨੇ ਪ੍ਰਾਪਤ ਕੀਤਾ ਹੈ। ਤੇ ਧੀਰਮਲ ਦੇ ਨਾਲ ਇਸ ਤਰ੍ਹਾਂ ਹੋਰ ਉਹ ਬੜੇ ਸਖਤ ਪਹਿਰੇਦਾਰ ਗੁਰੂ ਕੇ ਸੇਵਾਦਾਰ ਬਚਨ ਕਰ ਰਹੇ ਹਨ। ਇਹ ਧੀਰਮਲ, ਜੇ ਤੂੰ ਅਜੇ ਵੀ ਆਪਣਾ ਭਲਾ ਚਾਹੁੰਦਾ ਹੈ ਨਾ, ਅਜੇ ਵੀ ਆਪਣੇ ਸਰੀਰ ਦੀ ਤੰਦਰੁਸਤੀ ਚਾਹੁੰਦਾ ਹੈ,
ਤੇ ਘੋੜੇ ਤੇ ਚੜ ਕੇ ਸਵਾਰ ਹੋ ਕਰਕੇ ਇੱਥੋਂ ਚਲੇ ਜਾ। ਸਤ ਕੁਮਾਰ ਕਸ਼ਟ ਕੋ ਪਾਵ। ਤੇ ਨਹੀਂ ਤੇ ਇਸ ਤੋਂ ਵੀ ਫਿਰ ਜ਼ਿਆਦਾ ਹੋਰ ਅਪਮਾਨ ਤੇ ਕਸ਼ਟ ਤੈਨੂੰ ਸਹਿਣਾ ਪਏਗਾ। ਗੁਰੂ ਕੋ ਥਿਰ ਨਹਿ ਕਹੀਐ। ਤੇ ਇਹ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਹੁਕਮ ਹੈ, ਫਿਰੇਗਾ ਨਹੀਂ, ਅਸੀਂ ਟਲਾਂਗੇ ਨਹੀਂ ਜੇ ਦੁਬਾਰਾ ਇਸ ਤਰ੍ਹਾਂ ਇਹ ਏਡੀ ਵੱਡੀ ਕੁਰੈਤ ਕਰੇਗਾ। ਔਰ ਸਤਿਗੁਰਾਂ ਦਾ ਹੁਕਮ ਹੈ, ਹੁਣੇ ਹੀ ਇੱਥੋਂ ਉੱਠ ਤੇ ਆਪਣੇ ਰਸਤੇ ਤੇ ਪੈ ਜਾ, ਹੁਣੇ ਹੀ ਚਲੇ ਜਾ, ਤੈਨੂੰ ਬਖਸ਼ ਦਿੰਦੇ ਹਾਂ। ਤੈਨੂੰ ਹੁਣੇ ਹੀ ਸ਼੍ਰੀ ਕੀਰਤਪੁਰ ਸਾਹਿਬ ਦੀ ਧਰਤੀ ਨੂੰ ਛੱਡ ਦੇਣਾ ਚਾਹੀਦਾ ਹੈ। ਬਹੁਤ ਵੱਡਾ ਅਪਮਾਨ ਪ੍ਰਾਪਤ ਕਰਕੇ, ਬੇਇੱਜ਼ਤ ਹੋ ਕਰਕੇ ਧੀਰਮਲ ਅਦਕ ਨਿਰਾਦਰ ਪਾਏ ਕੈ ਧੀਰਮਲ ਦੁੱਖ ਹੀ, ਬਹੁਤ ਜ਼ਿਆਦਾ ਦੁਖੀ ਹੋਇਆ ਹੈ। ਬਹੁਤ ਵੱਡੀ ਬੇਪਤੀ ਧੀਰਮਲ ਦੀ ਵਿੱਚ ਸੰਗਤ ਦੇ, ਜਿੱਥੇ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤ ਜੁੜੀ ਹੈ, ਉੱਥੇ ਏਡਾ ਵੱਡਾ ਨਿਰਾਦਰ ਜਦੋਂ ਧੀਰਮਲ ਦਾ ਹੋਇਆ ਹੈ। ਤੇ ਧੀਰਮਲ ਦੇਖ ਕੇ ਬੜਾ ਅਚੰਭਤ ਹੋਇਆ ਹੈ ਤੇ ਬੜਾ ਚਿੰਤਾਵਾਨ ਹੋਇਆ ਹੈ ਕਿ ਠੀਕ ਹੈ, ਮੈਂ ਸਤਿਗੁਰਾਂ ਦੇ ਹੁਕਮ ਦੇ ਵਿੱਚ ਪਹਿਲਾਂ ਨਹੀਂ ਸੀ ਚੱਲਦਾ, ਪਰ ਸਤਿਗੁਰੂ ਜੀ ਸ਼ਾਂਤ ਸਨ, ਬਹੁਤੀ ਸੰਗਤ ਨੂੰ ਨਹੀਂ ਸੀ ਪਤਾ। ਚਲੋ ਤਾਂ ਵੀ ਮੇਰੀ ਇੱਜ਼ਤ ਪੱਤ ਬਣੀ ਹੋਈ ਸੀਗੀ, ਸਤਿਗੁਰੂ ਜੀ ਤਾਂ ਵੀ ਸ਼ਾਂਤ ਸਨ। ਪਰ ਹੁਣ ਸਾਰੀ ਸੰਗਤ ਦੇ ਵਿੱਚੋਂ ਮੈਨੂੰ ਪਲੰਘੇ ਤੋਂ ਉਠਾ ਕੇ ਤੇ ਧੱਕ ਕੇ ਬਾਹਰ ਕੱਢ ਦਿੱਤਾ ਗਿਆ ਹੈ। ਮੇਰਾ ਬਹੁਤ ਵੱਡਾ ਜਿਹੜਾ ਨਿਰਾਦਰ ਇੱਥੇ ਹੋਇਆ ਹੈ। ਸਭ ਸੰਗਤ ਮੈਂ ਬਿਦਤ ਭੇ, ਔਰ ਹੁਣ ਤਾਂ ਕੋਈ ਕਿਸੇ ਤਰ੍ਹਾਂ ਦਾ ਪਰਦਾ ਨਹੀਂ ਰਹਿ ਗਿਆ। ਪਹਿਲਾਂ ਤਾਂ ਕੁਛ ਪਰਦਾ ਸੀਗਾ, ਪਰ ਹੁਣ ਤਾਂ ਕਿਸੇ ਤਰ੍ਹਾਂ ਦਾ ਪਰਦਾ ਹੀ ਕੋਈ ਨਹੀਂ ਰਹਿ ਗਿਆ। ਤੇ ਮੈਂ ਬੇਮਰਿਆਦਾ ਦੇ ਵਿੱਚ ਚੱਲਣ ਕਰਕੇ ਸਾਰੀ ਸੰਗਤ ਦੇ ਵਿੱਚ ਜ਼ਾਹਰ ਹੋ ਗਿਆ ਹਾਂ। ਔਰ ਸਾਰੀ ਸੰਗਤ ਦੇ ਵਿੱਚ ਜਿਹੜੇ ਗੁਰੂ ਕੇ ਪਿਆਰੇ ਸਿੱਖ ਸਨ, ਜਿਹੜੇ ਸਿਆਣੇ ਸੂਝਵਾਨ ਗੁਰੂ ਕੇ ਚਰਨਾਂ ਦੇ ਵਿੱਚ ਰਹਿਣ ਵਾਲੇ ਸਨ, ਆਪਸ ਦੇ ਵਿੱਚ ਵਿਚਾਰਾਂ ਕਰ ਰਹੇ ਹਨ ਕਿ ਇਸੇ ਤਰ੍ਹਾਂ ਦੇ ਕੋ ਕਰਮ ਕਦੇ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਜੀ ਦੇ ਵੱਡੇ ਸਪੁੱਤਰ ਬਾਬਾ ਪ੍ਰਿਥੀ ਚੰਦ ਨੇ ਕੀਤੇ ਸਨ। ਉਹਨੇ ਵੀ ਬੜੇ ਯਤਨ ਕੀਤੇ ਸਨ ਕਿ ਮੈਂ ਗੁਰੂ ਬਣਾ ਜਾਂ ਸੰਗਤ ਮੈਨੂੰ ਗੁਰੂ ਕਰਕੇ ਪੂਜੇ, ਮੇਰਾ ਬਹੁਤ ਵੱਡਾ ਸਨਮਾਨ ਹੋਵੇ। ਉਹਨੇ ਬੜੇ ਯਤਨ ਕੀਤੇ ਸਨ, ਪਰ ਉਹਦੇ ਬੇਅੰਤ ਤਰ੍ਹਾਂ ਦੇ ਜਿਹੜੇ ਯਤਨ ਉਹ ਨਿਸਫਲ ਹੋ ਗਏ। ਆਪਣੀ ਕੋਸ਼ਿਸ਼ ਦੇ ਨਾਲ ਕਦੇ ਗੁਰੂ ਥੋੜ੍ਹਾ ਬਣੀਦਾ ਹੈ, ਜਾਂ ਬਖਸ਼ਾਂ ਕੋਸ਼ਿਸ਼ ਦੇ ਨਾਲ ਨਹੀਂ ਮਿਲਦੀਆਂ, ਧੱਕੇ ਦੇ ਨਾਲ, ਸਾਜ਼ਿਸ਼ਾਂ ਦੇ ਨਾਲ, ਚਾਲਾਂ ਦੇ ਨਾਲ ਇਹ ਸਨਮਾਨ ਨਹੀਂ ਪ੍ਰਾਪਤ ਹੁੰਦਾ। ਇਹ ਤਾਂ ਨਿਮਰਤਾ ਦੇ ਨਾਲ, ਸੇਵਾ ਸਿਮਰਨ ਦੇ ਨਾਲ, ਬੰਦਗੀ ਦੇ ਨਾਲ ਇਹ ਜਿਹੜੀ ਦਾਤ ਹੈ ਉਹ ਸਤਿਗੁਰੂ ਜੀ ਤੋਂ ਉੱਠ ਕੇ ਦਿੰਦੇ ਹਨ। ਸੰਗਤ ਆਪਸ ਦੇ ਵਿੱਚ ਮਨਾਂ ਦੇ ਵਿੱਚ ਵਿਚਾਰ ਕਰਦੀ ਇੱਕ ਦੂਜੇ ਨਾਲ ਕੋਲ ਬੈਠ ਕੇ ਕਿ ਧੀਰਮਲ ਨੇ ਉਹ ਰਸਤਾ ਧਾਰਨ ਕੀਤਾ ਹੈ ਜਿਹੜਾ ਕਦੇ ਪ੍ਰਿਥੀ ਚੰਦ ਨੇ ਧਾਰਨ ਕੀਤਾ ਸੀ। ਉਹ ਵੀ ਗੁਰੂ ਕੇ ਹੁਕਮ ਦੇ ਵਿੱਚ ਨਹੀਂ ਰਿਹਾ ਤੇ ਕਦੇ ਵੀ ਉਹਨੂੰ ਮਾਣ ਸਨਮਾਨ ਨਹੀਂ ਮਿਲਿਆ, ਯਤਨ ਉਹ ਕਰਦਾ ਰਿਹਾ। ਇਸੇ ਤਰ੍ਹਾਂ ਹੀ ਧੀਰਮਲ ਦਾ ਜੀਵਨ ਹੈ। ਤੇ ਕਹਿਣ ਲੱਗੇ ਕਿ ਹੁਣ ਆਪਣੋ ਜਾਨ ਛਿਮਾ ਗੁਰ ਧਰੈ। ਪਰ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸੁਭਾਅ ਤਾਂ ਵੀ ਦੇਖੋ, ਭਾਵੇਂ ਧੀਰਮਲ ਆਪਣੇ ਮੁਤਾਬਕ ਹੀ ਚੱਲਦਾ ਹੈ, ਪਰ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਤਾਂ ਵੀ ਸ਼ਾਂਤ ਰਹੇ, ਤਾਂ ਵੀ ਸਤਿਗੁਰਾਂ ਨੇ ਇਹਨੂੰ ਬਖਸ਼ਿਆ ਹੈ, ਕਦੇ ਵੀ ਇਹਦਾ ਨਿਰਾਦਰ ਨਹੀਂ ਕੀਤਾ। ਪਰ ਅੱਜ ਤਾਂ ਇਹਨੇ ਸਾਰੀਆਂ ਹੱਦਾਂ ਹੀ ਤੋੜ ਦਿੱਤੀਆਂ। ਬਿਨਾਂ ਪਦਵੀ ਤੋਂ, ਬਿਨਾਂ ਬਖਸ਼ਿਸ਼ ਤੋਂ ਪਹਿਲਾਂ ਹੀ ਗੁਰੂ ਬਣ ਕੇ ਬੈਠ ਗਿਆ, ਪਖੰਡ ਰਚਿਆ ਹੈ। ਇਸ ਤਰ੍ਹਾਂ ਇਹ ਇਸੇ ਹੀ ਸਜ਼ਾ ਦਾ ਹੱਕਦਾਰ ਸੀਗਾ। ਸੰਗਤ ਆਪਸ ਵਿੱਚ ਬੈਠ ਕੇ ਇਸ ਤਰ੍ਹਾਂ ਵਿਚਾਰ ਕਰ ਰਹੀ ਹੈ। ਔਰ ਇਸ ਧੀਰਮਲ ਨੇ ਕਦੇ ਵੀ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਦਿਲੋਂ ਜਿਹੜਾ ਭੈ ਸਤਿਕਾਰ ਨਹੀਂ ਕੀਤਾ ਹੈ। ਤੇ ਜਿੱਧਰ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਇੱਕ ਪਾਸੇ ਬਾਦਸ਼ਾਹ ਦੇ ਨਾਲ ਜੰਗ ਯੁੱਧ ਕਰ ਰਹੇ ਹਨ,
ਤੇ ਦੂਸਰੇ ਪਾਸੇ ਧੀਰਮਲ ਬਾਦਸ਼ਾਹ ਨੂੰ ਚਿੱਠੀ ਲਿਖ ਕੇ ਇਹ ਗੱਲ ਕਹਿੰਦਾ ਹੈ, ਹੇ ਬਾਦਸ਼ਾਹ ਮੈਂ ਤੇਰੇ ਨਾਲ ਹਾਂ, ਮੈਂ ਤੇਰੇ ਹੁਕਮ ਦੇ ਵਿੱਚ ਹਾਂ, ਮੈਂ ਤੇਰੇ ਅਧੀਨ ਹਾਂ। ਛੇਵੇਂ ਪਾਤਸ਼ਾਹ ਜੀ ਜੰਗ ਕਰ ਰਹੇ ਹਨ ਬਾਦਸ਼ਾਹ ਦੇ ਨਾਲ, ਪਰ ਧੀਰਮਲ ਦੀਆਂ ਚਿੱਠੀਆਂ ਚੱਲ ਰਹੀਆਂ ਹਨ ਬਾਦਸ਼ਾਹ ਦੇ ਨਾਲ ਸਮਝੌਤੇ ਦੀਆਂ। ਇਹ ਪਹਿਲਾਂ ਵੀ ਬੇਗਿਣਤ ਗੁਨਾਹ ਹਮੇਸ਼ਾ ਕਰਦਾ ਰਿਹਾ ਹੈ। ਤੇ ਕਹਿਣ ਲੱਗੇ ਸਹਿਬ ਪਾਤਸ਼ਾਹ ਸਤਿਗੁਰਾਂ ਦਾ ਇਤਨਾ ਵੱਡਾ ਜਿਹੜਾ ਪ੍ਰਤਾਪ ਹੈ, ਗੁਰ ਪ੍ਰਤਾਪ ਕੋ ਨਾਇਕ ਨਾ ਲਹਿਓ। ਇਸ ਨੇ ਕਦੇ ਵੀ ਸਤਿਗੁਰਾਂ ਦੇ ਪ੍ਰਤਾਪ ਨੂੰ ਜਾਣਿਆ ਨਹੀਂ, ਸਤਿਗੁਰਾਂ ਦੀ ਮਹਿਮਾ ਨੂੰ ਤੇ ਬਖਸ਼ਿਸ਼ ਨੂੰ ਕਿਵੇਂ ਪ੍ਰਾਪਤ ਹੋ ਜਾਂਦੀ ਭਲਾ। ਗੁਰੂ ਦੇ ਹੁਕਮ ਦੇ ਵਿੱਚ ਤਾਂ ਇਹ ਚੱਲਦਾ ਨਹੀਂ ਹੈ। ਔਰ ਕਹਿਣ ਲੱਗੇ ਕਦੇ ਵੀ ਗੁਰੂ ਕੇ ਪਿਆਰਿਆਂ ਦੇ ਵਿੱਚ ਜਿਹੜੇ ਸਤਿਗੁਰਾਂ ਦੇ ਹੁਕਮ ਦੇ ਵਿੱਚ ਚੱਲਣ ਵਾਲੇ ਗੁਰੂ ਸਪੁੱਤਰ ਜਾਂ ਸਤਿਗੁਰਾਂ ਦੇ ਦੂਸਰੇ ਪੋਤਰੇ ਸ਼੍ਰੀ ਹਰਿ ਸਾਹਿਬ ਜੀ ਵੀ ਹਨ, ਉਹਨਾਂ ਦੇ ਵਾਂਗ ਭੈ ਦੇ ਵਿੱਚ ਹੁਕਮ ਦੇ ਵਿੱਚ ਨਹੀਂ ਚੱਲਿਆ ਹੈ। ਔਰ ਅੰਮ੍ਰਿਤ ਬਾਣੀ ਦਾ ਜਿਹੜਾ ਸਰੂਪ ਹੈ ਉਹ ਇਹਨੇ ਕੋਲ ਰੱਖਿਆ ਹੈ। ਛੇਵੇਂ ਪਾਤਸ਼ਾਹ ਜੀ ਨੇ ਕਈ ਵਾਰੀ ਸੁਣਿਆ ਭੇਜਿਆ ਹੈ, ਪਰ ਧੀਰਮਲ ਨੇ ਅੰਮ੍ਰਿਤ ਬਾਣੀ ਦਾ ਸਰੂਪ ਵੀ ਸਤਿਗੁਰਾਂ ਨੂੰ ਨਹੀਂ ਦਿੱਤਾ। ਕਿੰਨੇ ਗੁਨਾਹ ਕਰਦਾ ਰਿਹਾ, ਕਿੰਨੇ ਪਾਪ ਕਰਦਾ ਰਿਹਾ ਹੈ, ਤੇ ਗੁਰੂ ਬਣਨ ਦਾ ਕਿਵੇਂ ਹੱਕਦਾਰ ਸੀਗਾ। ਇਹਦੇ ਨਾਲ ਇਸੇ ਤਰ੍ਹਾਂ ਹੀ ਹੋਣੀ ਚਾਹੀਦੀ ਸੀ। ਤੇ ਕਹਿਣ ਲੱਗੇ ਤਉ ਨਾ ਸਤਿਗੁਰ ਰਿਸ ਉਰ ਪਏ। ਪਰ ਇੰਨਾ ਕੁਛ ਧੀਰਮਲ ਨੇ ਕੀਤਾ ਹੈ, ਲੰਮੇ ਸਮੇਂ ਤੋਂ ਗੁਨਾਹ ਕਰਦਾ ਰਿਹਾ ਹੈ, ਕਈ ਤਰ੍ਹਾਂ ਦੇ ਪਾਪ ਕਰਦਾ ਰਿਹਾ ਹੈ, ਪਰ ਕਦੇ ਵੀ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਇਤਨੇ ਨਾਰਾਜ਼ ਨਹੀਂ ਹੋਏ, ਕਦੇ ਇਸ ਤਰ੍ਹਾਂ ਦਾ ਸਖਤ ਹੁਕਮ ਨਹੀਂ ਕੀਤਾ। ਤੇ ਹੁਣ ਤਾਂ ਗੁਰੂ ਹੀ ਬਣ ਬੈਠਾ ਸੀਗਾ। ਇਸ ਕਰਕੇ ਗੁਰੂ ਨਾਨਕ ਸਾਹਿਬ ਜੀ ਦੀ ਗੁਰਤਾ ਗੱਦੀ ਦਾ ਇਹ ਬਹੁਤ ਵੱਡਾ ਨਿਰਾਦਰ ਹੈ। ਇਸ ਕਰਕੇ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਐਸਾ ਹੁਕਮ ਕੀਤਾ ਹੈ। ਤੇ ਬੜੀ ਵਾਰ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣਾ ਜਾਣਦਾ ਹੋਇਆ, ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਭੁੱਲਿਆ ਹੋਇਆ ਕਿ ਚਲੋ ਕਦੇ ਸ਼ਾਇਦ ਸਮਝੀ ਜਾਏ, ਸਤਿਗੁਰਾਂ ਨੇ ਕਈ ਵਾਰ ਬਖਸ਼ਿਆ ਹੈ। ਤੇ ਕਹਿਣ ਲੱਗੇ ਕਿ ਹੁਣ ਅਬ ਕਿਉਂ ਹੂੰ ਕਰ ਨਿਕਟ ਹਕਾਰਾ। ਜਿਵੇਂ ਕਿਵੇਂ ਵੀ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣਾ ਅਖੀਰਲਾ ਸਮਾਂ ਜਾਣਦਿਆਂ ਹੋਇਆਂ ਅਗਲਾ ਗੁਰੂ ਥਾਪਿਆ ਜਾਣਾ ਹੈ, ਤੇ ਸਤਿਗੁਰਾਂ ਨੇ ਸਾਰੀ ਸੰਗਤ ਦੇ ਵਿੱਚ ਧੀਰਮਲ ਨੂੰ ਵੀ ਸੁਨੇਹਾ ਭੇਜਿਆ, ਸੱਦਿਆ ਹੈ। ਤੇ ਐਸੇ ਸਮੇਂ ਦੇ ਵਿੱਚ ਜਿੱਥੇ ਆ ਕਰਕੇ ਸਤਿਗੁਰਾਂ ਦੇ ਕੋਲ ਬੈਠਣਾ ਹੈ, ਹੁਕਮ ਦੇ ਵਿੱਚ ਚੱਲਣਾ ਹੈ, ਸਤਿਗੁਰਾਂ ਤੋਂ ਖੁਸ਼ੀਆਂ ਲੈਣੀਆਂ ਚਾਹੀਦੀਆਂ ਹਨ, ਉੱਥੇ ਫਿਰ ਪਖੰਡ ਕਰਨ ਲੱਗ ਪਿਆ ਹੈ। ਉੱਥੇ ਆ ਕਰਕੇ ਬਹੁਤ ਵੱਡਾ ਫਿਰ ਪਖੰਡ ਧਾਰਨ ਕੀਤਾ ਹੈ। ਇਸ ਤਰ੍ਹਾਂ ਦੀਆਂ ਵਿਚਾਰਾਂ ਗੁਰੂ ਕੇ ਪਿਆਰੇ ਸਤਿਗੁਰਾਂ ਦੀ ਸੰਗਤ ਕਰ ਰਹੇ ਹਨ। ਤੇ ਕਹਿਣ ਲੱਗੇ ਇਹ ਡਰ ਤੋਂ ਰਹਿਤ ਹੈ, ਸਤਿਗੁਰਾਂ ਦੇ ਭੈ ਤੋਂ ਰਹਿਤ ਹੈ, ਸਤਿਗੁਰਾਂ ਦੇ ਹੁਕਮ ਤੋਂ ਰਹਿਤ ਹੈ। ਇਹ ਕਦੇ ਵੀ ਸਤਿਗੁਰਾਂ ਦੇ ਭਾਣੇ ਦੇ ਵਿੱਚ ਨਹੀਂ ਚੱਲਿਆ, ਪਖੰਡੀ ਹੈ। ਔਰ ਹੁਣ ਨਹੀਂ ਪਤਾ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਅਗਲੀ ਕੀ ਰਜਾ ਹੈ, ਸਤਿਗੁਰੂ ਜੀ ਕੀ ਉਹਨਾਂ ਦੇ ਮਨ ਦੇ ਵਿੱਚ ਵਿਚਾਰ ਹੈ। ਤੇ ਸਤਿਗੁਰੂ ਜੀ ਕੀ ਕਰਨਗੇ, ਉਹਨਾਂ ਦੇ ਮਨ ਦੇ ਵਿੱਚ ਕੀ ਵਿਚਾਰ ਹਨ, ਕਿਸ ਨੂੰ ਗੁਰੂ ਥਾਪਣਾ ਹੈ, ਕਿਹਨੂੰ ਬਖਸ਼ਿਸ਼ ਮਿਲਣੀ ਹੈ, ਇਹ ਤਾਂ ਸਤਿਗੁਰੂ ਜੀ ਜਾਣਦੇ ਹਨ। ਜਿਹੜੇ ਉਹਨਾਂ ਨੂੰ ਭਾਗ ਹੈ, ਜਿਹੜੇ ਉਹਨਾਂ ਨੂੰ ਚੰਗੇ ਲੱਗੇ ਉਹੀ ਗੁਰੂ ਬਣਨਗੇ। ਪਰ ਧੀਰਮਲ ਕਾਹਲਾ ਪੈ ਗਿਆ, ਪਹਿਲਾਂ ਹੀ ਆਪੇ ਗੁਰੂ ਬਣ ਕੇ ਬੈਠ ਗਿਆ ਹੈ। ਇਹ ਹਸ਼ਰ ਇਸੇ ਤਰ੍ਹਾਂ ਹੀ ਹੋਣਾ ਸੀਗਾ। ਔਰ ਇਸ ਤਰ੍ਹਾਂ ਫਿਰ ਸਾਰੀ ਸੰਗਤ ਦੇ ਵਿੱਚ ਇਤਿਆਦਿਕ ਸਭ ਵਿਖੇ ਵਰਤੰਤ ਧੀਰਮਲ ਦੇ ਨਾਲ ਇਹ ਭਾਣਾ ਵਰਤਿਆ ਹੈ। ਧੀਰਮਲ ਨੂੰ ਧੱਕ ਕੇ ਗੁਰੂ ਕੇ ਸੇਵਾਦਾਰਾਂ ਨੇ ਕੀਰਤਪੁਰ ਸਾਹਿਬ ਦੀ ਧਰਤੀ ਤੋਂ ਬਾਹਰ ਕੱਢ ਦਿੱਤਾ ਹੈ। ਔਰ ਸਿੱਖ ਸੰਗਤ ਆਪਸ ਦੇ ਵਿੱਚ ਜੁੜ ਜੁੜ ਕੇ ਧੀਰਮਲ ਦੀਆਂ ਗੱਲਾਂ ਕਰ ਰਹੇ ਹਨ। ਔਰ ਉਧਰ ਧੀਰਮਲ ਨੇ ਬਹੁਤ ਵੱਡਾ ਆਪਣਾ ਨਿਰਾਦਰ ਜਾਣਿਆ ਹੈ ਕਿ ਭਰੀ ਸੰਗਤ ਦੇ ਵਿੱਚ ਮੇਰਾ ਵੱਡਾ ਅਪਮਾਨ ਕੀਤਾ ਗਿਆ ਹੈ। ਗਰੀਬ ਨਿਵਾਜ ਦੇ
ਕੋਲ ਵਾਪਸ ਵੀ ਨਹੀਂ ਜਾ ਸਕਦਾ, ਕਿਉਂਕਿ ਸੰਗਤ ਵਿੱਚ ਬਹੁਤ ਵੱਡਾ ਨਿਰਾਦਰ ਧੀਰਮਲ ਦਾ ਹੋਇਆ ਹੈ। ਹੁਣ ਬਾਹਰ ਖੜ ਕੇ ਨਗਰ ਤੋਂ ਬਾਹਰ ਮਨ ਦੇ ਵਿੱਚ ਕਈ ਤਰ੍ਹਾਂ ਦੀਆਂ ਵਿਚਾਰਾਂ ਵਿਚਾਰਦਾ ਹੈ ਤੇ ਇਹਦਾ ਮਨ ਇਜਾਜ਼ਤ ਨਹੀਂ ਦਿੰਦਾ ਕਿ ਹੁਣ ਮੈਂ ਅੰਦਰ ਕਿਵੇਂ ਜਾਵਾਂ, ਕਿਉਂਕਿ ਗੁਰੂ ਕੇ ਸੇਵਾਦਾਰਾਂ ਨੇ ਵੀ ਬੜੀ ਸਖਤ ਤਾੜਨਾ ਕੀਤੀ ਹੈ, ਇਹ ਧੀਰਮਲ ਹੁਣ ਨਗਰ ਦੇ ਵਿੱਚ ਦੁਬਾਰਾ ਪੈਰ ਨਾ ਪਾਵੇਂ, ਜੇ ਤੂੰ ਦੁਬਾਰਾ ਇੱਧਰ ਨੂੰ ਆਇਆ ਨਾ ਤੇ ਤੇਰੀਆਂ ਮੁਸ਼ਕਾਂ ਬੰਨ੍ਹ ਲਈਆਂ ਜਾਣਗੀਆਂ। ਬੜੇ ਲੰਮੇ ਸਮੇਂ ਤੋਂ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਤੈਨੂੰ ਖਿਮਾ ਕਰ ਰਹੇ ਹਨ, ਪਰ ਅਗਾਂਹ ਤੇਰੇ ਉੱਪਰ ਦਇਆ ਨਹੀਂ ਕੀਤੀ ਜਾਏਗੀ। ਹੁਣ ਧੀਰਮਲ ਆਪਣੇ ਮਨ ਦੇ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਵਿਚਾਰਾਂ ਵਿਚਾਰ ਰਿਹਾ ਹੈ ਤੇ ਕਹਿਣ ਲੱਗੇ ਕਿ ਹੁਣ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਵਹਿਰ ਜਾਏ ਹੈ ਲੀਨ ਮਗਾਏ। ਹੁਣ ਧੀਰਮਲ ਨੇ ਆਪਣਾ ਜਿਹੜਾ ਘੋੜਾ ਹੈ ਉਹ ਮੰਗਵਾਇਆ ਕਿ ਨਗਰ ਦੇ ਵਿੱਚ ਹੁਣ ਜਾਣਾ ਮੇਰਾ ਠੀਕ ਨਹੀਂ ਹੈ, ਤੇ ਘੋੜੇ ਤੇ ਚੜ ਕੇ ਇਹ ਉੱਥੋਂ ਪਿਆਨਾ ਕਰ ਗਿਆ ਹੈ ਤੇ ਇੱਕ ਕੋਹ ਦੂਰ ਜਾ ਕਰਕੇ ਇੱਕ ਜਗ੍ਹਾ ਤੇ ਇਹ ਖੜਿਆ ਹੈ ਔਰ ਜਿਹੜੇ ਇਹਦੇ ਹੋਰ ਸੇਵਾਦਾਰ ਸਨ, ਜਿਹੜੇ ਇਹਦੇ ਨਾਲ ਚੱਲਣ ਵਾਲੇ ਸਨ, ਉਹਨਾਂ ਨੂੰ ਇਹਨੇ ਆਪਣੇ ਕੋਲ ਸੱਦਿਆ ਮੰਗਵਾਇਆ ਹੈ ਔਰ ਉਹਨਾਂ ਦੇ ਨਾਲ ਮਿਲਿਆ ਤੇ ਮਨ ਦੇ ਵਿੱਚ ਉਹਨੂੰ ਬਹੁਤ ਪਛਤਾ ਰਿਹਾ ਹੈ, ਆਪਣੇ ਮੱਥੇ ਨੂੰ ਵਾਰ-ਵਾਰ ਹੱਥ ਮਾਰਦਾ ਹੈ ਕਿ ਜੇ ਤਾਂ ਮੈਂ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਦੇ ਵਿੱਚ ਸ਼ਾਂਤੀ ਦੇ ਨਾਲ ਰਹਿੰਦਾ ਤੇ ਇਤਨੀ ਸੰਗਤ ਦੇ ਵਿੱਚ ਮੇਰੀ ਇੱਜ਼ਤ ਪੱਤ ਰਹਿ ਜਾਣੀ ਸੀ ਤੇ ਮਾਣ ਸਨਮਾਨ ਬਣਿਆ ਰਹਿਣਾ ਸੀਗਾ। ਇਸ ਤਰ੍ਹਾਂ ਨਹੀਂ ਸੀ ਕਰਨਾ ਚਾਹੀਦਾ, ਜਿਹਦੇ ਕਰਕੇ ਲੱਖਾਂ ਦੀ ਸੰਗਤ ਦੇ ਵਿੱਚ ਮੇਰਾ ਨਿਰਾਦਰ ਹੋਇਆ ਹੈ ਤੇ ਸੰਗਤ ਦੇਸ਼ਾਂ ਵਿਦੇਸ਼ਾਂ ਤੋਂ ਆਈ ਹੈ, ਦੂਰ ਤੱਕ ਮੇਰਾ ਅਪਜਸ ਹੋਇਆ ਹੈ, ਮੇਰੀ ਬਦਨਾਮੀ ਹੋਈ ਹੈ, ਬੇਇੱਜ਼ਤੀ ਹੋਈ ਹੈ। ਧੀਰਮਲ ਹੁਣ ਬਾਹਰ ਨਗਰ ਤੋਂ ਇੱਕ ਕੋ ਦੂਰ ਆ ਕਰਕੇ ਆਪਣੇ ਕੁਝ ਸੰਗੀਆਂ ਸਾਥੀਆਂ ਨੂੰ ਕੋਲ ਬੁਲਾ ਕਰਕੇ ਪਛਤਾ ਰਿਹਾ ਹੈ ਔਰ ਦੁਖੀ ਹੋ ਕੇ ਇਹਨੇ ਦਰਿਆ ਜਿਹੜਾ ਉਸ ਨੂੰ ਪਾਰ ਕੀਤਾ ਹੈ ਤੇ ਕਹਿਣ ਲੱਗੇ ਕਿ ਹੁਣ ਗਿਣਤੀ ਅਨਗਨ ਮਨੇ ਮਝਾਰ, ਆਪਣੇ ਮਨ ਦੇ ਵਿੱਚ ਕਈ ਤਰ੍ਹਾਂ ਦੀਆਂ ਗਿਣਤੀਆਂ ਮਿਣਤੀਆਂ ਕਰਦਾ ਜਾ ਰਿਹਾ ਹੈ। ਹੁਣ ਮੈਂ ਕੀ ਕਰਾਂ, ਕਿੱਧਰ ਨੂੰ ਜਾਵਾਂ ਤੇ ਕਿੱਧਰ ਨੂੰ ਨਾ ਜਾਵਾਂ, ਮੈਂ ਤਾਂ ਹੁਣ ਕਿਸੇ ਨੂੰ ਮੂੰਹ ਦਿਖਾਉਣ ਦੇ ਲਾਇਕ ਨਹੀਂ ਰਿਹਾ। ਜਦੋਂ ਇੰਨੀ ਵੱਡੀ ਸੰਗਤ ਵਿੱਚ ਇੰਨਾ ਅਪਮਾਨ ਹੋਇਆ ਹੈ ਤੇ ਸਾਰਿਆਂ ਨਗਰਾਂ ਤੱਕ ਦੂਰ ਨੇੜੇ ਤੱਕ ਇਹ ਗੱਲ ਪਹੁੰਚ ਜਾਏਗੀ ਤੇ ਅਗਾਂਹ ਕਦੇ ਵੀ ਕੋਈ ਮੈਨੂੰ ਮੂੰਹ ਨਹੀਂ ਲਾਏਗਾ। ਇੰਨਾ ਵੱਡਾ ਨਿਰਾਦਰ ਦੇ ਕਰਕੇ ਧੀਰਮਲ ਮਨ ਦੇ ਵਿੱਚ ਪਛਤਾ ਰਿਹਾ ਹੈ, ਜਿਸ ਤੇ ਮਹਾ ਅਨਾਦਰ ਪਾਇਓ ਕਿ ਜਿਹਦੇ ਕਰਕੇ ਗਿਣਤੀ ਅਨਗਨ ਮਨੇ ਮਝਾਰਾ, ਅਗਿਣਤ ਤਰ੍ਹਾਂ ਦੀ ਗਿਣਤੀ ਮਨ ਦੇ ਵਿੱਚ ਇੱਧਰ ਉੱਧਰ ਦੀ ਵਿਚਾਰਦਾ ਜਾ ਰਿਹਾ ਹੈ ਤੇ ਕਹਿਣ ਲੱਗਾ ਮਨ ਦੇ ਵਿੱਚ ਸੋਚਦਾ ਹੈ, ਮੈਂ ਆਪਣੀ ਮਾਤਾ ਜੀ ਦੇ ਕਹਿਣ ਤੇ ਸਤਿਗੁਰਾਂ ਦੇ ਹੁਕਮ ਦੇ ਵਿੱਚ ਇੱਥੇ ਚੱਲ ਕੇ ਆਇਆ ਸਾਂ, ਪਰ ਇੱਥੇ ਆ ਕਰਕੇ ਬਹੁਤ ਵੱਡਾ ਅਨਾਦਰ ਬਦਨਾਮੀ ਜਿਹੜੀ ਹੈ ਉਹ ਮੈਨੂੰ ਮਿਲੀ ਹੈ ਤੇ ਪਹਿਲਾਂ ਕੁਝ ਜਾਣਦੇ ਸਨ ਕਿ ਮੈਂ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਹੁਕਮ ਤੋਂ ਬਾਹਰ ਹਾਂ ਜਾਂ ਆਪਣੇ ਹਿਸਾਬ ਦੇ ਨਾਲ ਚੱਲਦਾ। ਪਹਿਲਾਂ ਥੋੜ੍ਹੇ ਬਹੁਤ ਘੱਟ ਜਾਂ ਗੁਰੂ ਕੇ ਨੇੜੇ ਰਹਿਣ ਵਾਲੇ ਸਿੱਖ ਜਾਣਦੇ ਸਨ ਕਿ ਜਿਸ ਢੰਗ ਦੇ ਨਾਲ ਮੈਂ ਚੱਲਦਾ ਸੀਗਾ, ਪਰ ਹੁਣ ਤਾਂ ਕਿਸੇ ਤਰ੍ਹਾਂ ਦਾ ਕੋਈ ਪਰਦਾ ਨਹੀਂ ਰਹਿ ਗਿਆ। ਦੂਰ ਤੱਕ ਸਾਰਿਆਂ ਨੂੰ ਪਤਾ ਲੱਗ ਗਿਆ ਹੈ ਕਿ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਧੀਰਮਲ ਨੂੰ ਬਾਹਰ ਕੱਢ ਦਿੱਤਾ ਹੈ। ਹੁਣ ਤਾਂ ਕਿਸੇ ਪਾਸੇ ਕਿਸੇ ਤਰ੍ਹਾਂ ਦਾ ਕੋਈ ਸ਼ੰਕਾ, ਕਿਸੇ ਤਰ੍ਹਾਂ ਦਾ ਕੋਈ ਪਰਦਾ ਨਹੀਂ ਰਿਹਾ ਹੈ। ਔਰ ਕੀਰਤਪੁਰ ਸਾਹਿਬ ਦੀ ਧਰਤੀ ਤੇ ਤਾਂ ਵੱਖਰੇ ਵੱਖਰੇ ਇਲਾਕਿਆਂ ਦੇ ਦੂਰੋਂ ਨੇੜਿਓਂ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਜਿਹੜੇ ਮਸੰਦ ਪ੍ਰਚਾਰਕ ਜਥੇਦਾਰ
ਗੁਰੂ ਕੇ ਚਰਨਾਂ ਦੇ ਵਿੱਚ ਸੰਗਤ ਪਹੁੰਚੀ ਹੋਈ ਹੈ। ਸੰਸਕਤਾ ਜਿਨ ਕੀ ਬ੍ਰਿੰਦ ਔਰ ਸ਼੍ਰੀ ਕੀਰਤਪੁਰ ਸਾਹਿਬ ਦੀ ਧਰਤੀ ਤੇ ਤਾਂ ਕੋਈ ਇਹੋ ਜਿਹਾ ਇਲਾਕਾ ਨਹੀਂ ਹੋਏਗਾ ਜਿੱਥੋਂ ਹੁਣ ਸੰਗਤ ਨਹੀਂ ਪਹੁੰਚੀ ਹੋਏਗੀ। ਆਦਰਸਕਾਰ ਸਕਲ ਨੇ ਜਾਨਾ ਔਰ ਸਾਰਿਆਂ ਦੇ ਵਿੱਚ ਮੇਰੀ ਵੱਡੀ ਬਦਨਾਮੀ ਹੋਈ ਹੈ। ਧੀਰਮਲ ਨੇ ਇਸ ਤਰ੍ਹਾਂ ਵਿਚਾਰਿਆ ਹੈ। ਔਰ ਮੈਂ ਚਾਹੁੰਦਾ ਸੀਗਾ ਕਿ ਮੇਰੀ ਬਹੁਤ ਵੱਡੀ ਸੋਭਾ ਤੇ ਵਡਿਆਈ ਹੋ ਜਾਏਗੀ, ਸਤਿਕਾਰ ਬਣ ਜਾਏਗਾ ਤੇ ਸ਼ਾਇਦ ਇਸ ਤਰ੍ਹਾਂ ਕਰਨ ਦੇ ਨਾਲ ਮੈਂ ਗੁਰੂ ਬਣ ਜਾਵਾਂਗਾ। ਪਰ ਧੀਰਮਲ ਹੁਣ ਮਨ ਦੇ ਵਿੱਚ ਵਿਚਾਰਦਾ ਹੈ ਕਿ ਬਿਗੜ ਗਇਓ ਮਮ ਕਾਜ ਮਹਾਨਾ। ਮੈਂ ਜਿਸ ਢੰਗ ਦੇ ਨਾਲ ਸੋਚਿਆ ਸੀਗਾ ਉਹ ਸਾਰਾ ਖੇਡ ਮੇਰੇ ਤੇ ਉਲਟ ਪੈ ਗਿਆ ਹੈ। ਮੇਰਾ ਸਾਰਾ ਜਿਹੜਾ ਕੰਮ ਉਹ ਵਿਗੜ ਗਿਆ ਹੈ। ਜਿਸ ਤਰ੍ਹਾਂ ਮੈਂ ਸੋਚਿਆ ਸੀ ਸਾਰਾ ਕੁਝ ਉਲਟ ਹੋਇਆ ਹੈ। ਹੁਣ ਅਗਾਂਹ ਕਦੇ ਵੀ ਕੋਈ ਵੀ ਮੇਰੀ ਪੂਜਾ ਮੇਰਾ ਸਤਿਕਾਰ ਨਹੀਂ ਕਰੇਗਾ। ਤੇ ਸਾਰੇ ਇਹੀ ਆਪਣੇ ਇਲਾਕਿਆਂ ਦੇ ਵਿੱਚ ਨਗਰਾਂ ਦੇ ਵਿੱਚ ਜਾ ਕੇ ਕਹਿਣਗੇ ਕਿ ਧੀਰਮਲ ਨੂੰ ਸਤਿਗੁਰਾਂ ਨੇ ਕੱਢ ਦਿੱਤਾ ਹੈ। ਹੁਣ ਧੀਰਮਲ ਦਾ ਤੇ ਗੁਰੂ ਘਰ ਦਾ ਕੋਈ ਸਬੰਧ ਨਹੀਂ ਰਿਹਾ। ਧੀਰਮਲ ਆਪਣੇ ਪਾਪ ਕਰਕੇ ਸਤਿਗੁਰਾਂ ਤੋਂ ਦੂਰ ਹੋ ਗਿਆ ਹੈ। ਤੇ ਹੁਣ ਇਸੇ ਤਰ੍ਹਾਂ ਮਨ ਦੇ ਵਿੱਚ ਵਿਚਾਰਦਾ ਹੋਇਆ ਨਮੋਸ਼ੀ ਲੈ ਕਰਕੇ ਹੁਣ ਕਈ ਤਰ੍ਹਾਂ ਦੀਆਂ ਗਿਣਤੀਆਂ ਮਿਣਤੀਆਂ ਕਰਦਿਆਂ ਹੋਇਆ ਜਾ ਰਿਹਾ ਹੈ। ਹੁਣ ਇਹ ਸਾਰੀਆਂ ਵਿਚਾਰਾਂ ਵਿਚਾਰਦਾ ਹੋਇਆ ਮਨ ਦੇ ਵਿੱਚ ਅਤ ਪਛਤਾ ਰਿਹਾ ਹੈ। ਵਾਰ-ਵਾਰ ਪਛਤਾਉਂਦਾ ਹੈ ਕਿ ਇਸ ਤਰ੍ਹਾਂ ਮੈਨੂੰ ਨਹੀਂ ਸੀ ਕਰਨਾ ਚਾਹੀਦਾ। ਹੁਣ ਤਾਂ ਮੇਰੀ ਥੋੜ੍ਹੀ ਵੀ ਜਿਹੜੀ ਇੱਜ਼ਤ ਹੈ ਸੰਗਤ ਵਿੱਚ ਨਹੀਂ ਰਹਿ ਗਈ ਹੈ। ਤੇ ਹੁਣ ਮੈਂ ਕਿਹਦੇ ਕੋਲ ਜਾ ਕਰਕੇ ਆਪਣਾ ਦੁੱਖ ਬਿਆਨ ਕਰਾਂ, ਕਿਹਦੇ ਕੋਲ ਸਾਂਝਾ ਕਰਾਂ, ਕੀ ਕਰਾਂ ਮੈਂ ਹੁਣ? ਕਹੋਂ ਕਹਾਂ ਲੱਗ ਕੋ ਦੁੱਖ ਪਾਵਾ। ਇਹ ਜਿਹੜਾ ਦੁੱਖ ਹੈ ਮੈਂ ਕਿਹਨੂੰ ਜਾ ਕਰਕੇ ਸੁਣਾਵਾਂ, ਕਿਹਨੂੰ ਕਵਾਂ ਜੀ। ਔਰ ਉਧਰ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਸ਼੍ਰੀ ਕੀਰਤਪੁਰ ਸਾਹਿਬ ਜੀ ਦੀ ਧਰਤੀ ਤੇ ਵਿਰਾਜਮਾਨ ਹਨ। ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਇਹ ਹੁਣ ਬੜੀ ਨਮੋਸ਼ੀ ਲੈ ਕਰਕੇ ਵਾਪਸ ਚੱਲਦਾ ਹੋਇਆ ਕਰਤਾਰਪੁਰ ਸਾਹਿਬ ਧੀਰਮਲ ਪਹੁੰਚਿਆ ਹੈ। ਤੇ ਜਿਉਂ-ਜਿਉਂ ਕਰਤਾਰਪੁਰ ਸਾਹਿਬ ਦੇ ਨੇੜੇ ਜਾ ਰਿਹਾ ਹੈ ਹੋਰ ਚਿੰਤਾ ਦੇ ਵਿੱਚ ਹੈ, ਹੋਰ ਇਹ ਅਤ ਦਾ ਦੁਖੀ ਹੈ। ਤੇ ਸ਼੍ਰੀ ਕੀਰਤਪੁਰ ਸਾਹਿਬ ਜੀ ਦੀ ਧਰਤੀ ਤੇ ਲੱਖਾਂ ਹੀ ਦਾਸ ਸਨ ਜਿਹੜੇ ਕਰਤਾਰਪੁਰ ਸਾਹਿਬ ਜੀ ਦੀ ਧਰਤੀ ਦੇ ਵੀ ਸਨ। ਇੱਥੇ ਵੀ ਗੱਲ ਪਹੁੰਚ ਜਾਏਗੀ, ਖਬਰ ਪਹੁੰਚ ਜਾਏਗੀ। ਇੱਥੇ ਜਿਹੜਾ ਥੋੜਾ ਮਾਨ ਸਤਿਕਾਰ ਮੇਰਾ ਬਣਿਆ ਹੋਇਆ ਸੀਗਾ ਹੁਣ ਇੱਥੋਂ ਦੇ ਲੋਕ ਵੀ ਮੈਨੂੰ ਮੂੰਹ ਨਹੀਂ ਲਾਉਣਗੇ, ਗੁਰੂ ਕੀ ਸੰਗਤ ਮੇਰਾ ਸਤਿਕਾਰ ਨਹੀਂ ਕਰੇਗੀ। ਹੁਣ ਕਿੱਥੇ ਜਾਵਾਂ? ਪਹਿਲਾਂ ਤਾਂ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਇਹ ਜਗ੍ਹਾ ਮੱਲ ਕੇ ਇਹ ਨਗਰ ਤੇ ਸ਼੍ਰੀ ਗ੍ਰੰਥ ਸਾਹਿਬ ਲੈ ਕਰਕੇ ਅੰਮ੍ਰਿਤ ਬਾਣੀ ਦੇ ਸਰੂਪ ਮੈਂ ਬੈਠਾ ਹੋਇਆ ਸੀਗਾ ਤੇ ਸੰਗਤ ਮੇਰਾ ਸਤਿਕਾਰ ਵੀ ਕਰਦੀ ਸੀਗੀ। ਔਰ ਸੰਤ ਵੀ ਮੇਰੇ ਕੋਲ ਆਉਂਦੇ ਸਨ ਤੇ ਸੰਗਤ ਵੀ ਗੁਰੂ ਦੇ ਪਰਿਵਾਰ ਦੇ ਵਿੱਚੋਂ ਹੋਣ ਕਰਕੇ ਬਹੁਤ ਵੱਡਾ ਸਤਿਕਾਰ ਕਰਦੀ ਸੀ। ਔਰ ਹੁਣ ਧੀਰਮਲ ਦਾ ਜਿਹੜਾ ਕਪਟ ਹੈ, ਗਲਤ ਢੰਗ ਦੀ ਜਿਹੜੀ ਚਾਲ ਚੱਲੀ ਹੈ, ਸਾਰਿਆਂ ਦੇ ਵਿੱਚ ਪਾਜ ਉਗੜ ਗਿਆ ਹੈ। ਤੇ ਸਾਰੇ ਥਾਂ ਤੇ ਖੜ ਕੇ ਇਹੀ ਗੱਲਾਂ ਕਰ ਰਹੇ ਸਨ ਕਿ ਧੀਰਮਲ ਨੇ ਬੜੀ ਗਲਤ ਚਾਲ ਚੱਲੀ ਹੈ। ਇਸ ਤਰ੍ਹਾਂ ਥੋੜ੍ਹੀ ਮਾਨ ਸਨਮਾਨ ਹੁੰਦਾ ਹੈ। ਕਦੇ ਇਸ ਤਰ੍ਹਾਂ ਥੋੜ੍ਹਾ ਕੋਈ ਗੁਰੂ ਬਣਿਆ ਧੱਕੇ ਦੇ ਨਾਲ। ਇਹਨੂੰ ਗੁਰੂ ਕੇ ਹੁਕਮ ਦੇ ਵਿੱਚ ਰਹਿਣਾ ਚਾਹੀਦਾ ਸੀ। ਸਾਰੇ ਧੀਰਮਲ ਦਾ ਜਿਹੜਾ ਕੀਤਾ ਹੋਇਆ ਗੁਨਾਹ ਉਸ ਨੂੰ ਵਿਚਾਰ ਰਹੇ ਹਨ। ਔਰ ਤਿੰਨੇ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਪੁੱਤਰ ਗਰੀਬ ਨਿਵਾਜ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬੜੇ ਧੀਰਜ ਜਵਾਨ, ਬੜੇ ਹੁਕਮ ਦੇ ਵਿੱਚ ਚੱਲਣ ਵਾਲੇ ਹਨ। ਔਰ ਉਹ ਅਨੇਕਾਂ ਗੁਣਾਂ ਦੇ ਸਹਿਤ ਹਨ ਤੇ ਸੇਵਾ ਤੇ ਸਿਮਰਨ ਵਾਲੇ ਹਨ। ਜੈਸੇ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਉਦੋਂ ਗੁਰੂ ਕੇ ਪੁੱਤਰ ਵੀ ਮੌਜੂਦ ਹਨ। ਬਾਬਾ ਅਣੀ ਰਾਏ ਜੀ, ਬਾਬਾ ਸੂਰਜਮਲ ਜੀ ਔਰ ਸਤਿਗੁਰੂ ਗੁਰੂ ਤੇਗ ਬਹਾਦਰ ਜੀ, ਜਿਹੜੇ ਗੁਣਾਂ ਦੇ ਮਾਲਕ ਹਨ, ਜਿਹੜੇ ਗੁਰੂ ਦੇ ਹੁਕਮ ਦੇ ਵਿੱਚ ਚੱਲਣ ਵਾਲੇ ਹਨ।
ਪਰ ਸਤਿਗੁਰਾਂ ਦੇ ਪੁੱਤਰਾਂ ਨੇ ਕਦੇ ਇਸ ਤਰ੍ਹਾਂ ਦਾ ਪਖੰਡ ਨਹੀਂ ਕੀਤਾ ਜਿਸ ਤਰ੍ਹਾਂ ਦਾ ਪਖੰਡ ਧੀਰਮਲ ਕਰ ਰਿਹਾ ਹੈ। ਸਾਰੀ ਸੰਗਤ ਵਿੱਚ ਗੁਰੂ ਕੇ ਸੁਪੁੱਤਰਾਂ ਦੀ ਬਹੁਤ ਵੱਡੀ ਵਡਿਆਈ ਹੈ, ਸੋਭਾ ਹੈ, ਪਰ ਕਦੇ ਕੋਈ ਵੀ ਗੁਰੂ ਦੇ ਹੁਕਮ ਦੇ ਵਿੱਚੋਂ ਬਾਹਰ ਨਹੀਂ ਗਿਆ ਹੈ। ਤੇ ਸਾਰੇ ਹਮੇਸ਼ਾ ਹੀ ਸਤਿਗੁਰਾਂ ਦੇ ਹੁਕਮ ਦੇ ਵਿੱਚ ਰਹਿੰਦੇ ਹਨ, ਸਤਿਗੁਰਾਂ ਦੇ ਵੱਲ ਦੇਖਦੇ ਹਨ। ਜੋ ਸਤਿਗੁਰੂ ਜੀ ਹੁਕਮ ਕਰਨ ਉਹਦੇ ਮੁਤਾਬਕ ਹੀ ਚੱਲਣ ਵਾਲੇ ਹਨ। ਔਰ ਸੇਵਾ ਦੇ ਵਿੱਚ ਦਿਨ ਰਾਤ ਲੱਗੇ ਰਹਿੰਦੇ ਹਨ, ਹੁਕਮ ਦੇ ਵਿੱਚ ਚੱਲਦੇ ਹਨ। ਤੇ ਗੁਰੂ ਦੇ ਸੁਪੁੱਤਰ ਹੋਣ ਦੇ ਬਾਵਜੂਦ ਵੀ ਉਹਨਾਂ ਦੇ ਮਨਾਂ ਦੇ ਵਿੱਚ ਅੱਤ ਦੀ ਨਿਮਰਤਾ ਹੈ। ਤੇ ਇੱਧਰ ਜਿੱਥੇ ਗੁਰੂ ਕੇ ਸੁਪੁੱਤਰਾਂ ਦੇ ਵਿੱਚ ਨਿਮਰਤਾ ਹੈ, ਇੱਧਰ ਗੁਰੂ ਕਾ ਜਿਹੜਾ ਪੋਤਰਾ ਹੈ ਧੀਰਮਲ, ਇਹ ਪਤਾ ਨਹੀਂ ਕਿਉਂ ਇਤਨੇ ਵੱਡੇ ਪਖੰਡ ਕਰ ਰਿਹਾ ਹੈ। ਗੁਰੂ ਬਣਨ ਦਾ ਇਹ ਬਹੁਤ ਢਕਵੰਜ ਜਿਹੜਾ ਰਚ ਰਿਹਾ ਹੈ, ਅੰਮ੍ਰਿਤ ਬਾਣੀ ਇਹਦੇ ਕੋਲ ਹੈ ਤੇ ਇਹ ਚਾਹੁੰਦਾ ਹੈ ਕਿ ਸ਼ਾਇਦ ਗੁਰਬਾਣੀ ਕੋਲ ਹੈ ਤੇ ਮੈਂ ਗੁਰੂ ਬਣ ਜਾਵਾਂਗਾ। ਪਰ ਇਹ ਜਿਹੜੀ ਬਖਸ਼ਿਸ਼ ਹੈ ਨਾ, ਇਸ ਤਰ੍ਹਾਂ ਚਾਲਾਂ ਚੱਲ ਕੇ ਧੱਕੇ ਦੇ ਨਾਲ, ਸਾਜ਼ਿਸ਼ਾਂ ਦੇ ਨਾਲ ਨਹੀਂ ਮਿਲਦੀ, ਇਹ ਤਾਂ ਗੁਰੂ ਦੀ ਕਿਰਪਾ ਦੇ ਵਿੱਚੋਂ ਮਿਲਦੀ ਹੈ। ਹੁਣ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਧੀਰਮਲ ਉਸ ਨਗਰ ਦੇ ਵਿੱਚੋਂ ਬਾਹਰ ਕੱਢਿਆ ਗਿਆ ਹੈ। ਜਦੋਂ ਕੋਈ ਮਨ ਦੇ ਪਿੱਛੇ ਲੱਗੇ ਜਾਂ ਧੱਕੇ ਦੇ ਨਾਲ ਇਸ ਤਰ੍ਹਾਂ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰੇ ਤੇ ਸਗੋਂ ਜਿਹੜਾ ਇੱਜ਼ਤ ਮਾਣ ਧੀਰਮਲ ਦਾ ਬਣਿਆ ਹੋਇਆ ਸੀਗਾ ਉਹ ਵੀ ਗਵਾ ਬੈਠਾ ਹੈ। ਬਹੁਤੀ ਵਡਿਆਈ ਲੈਂਦਾ ਲੈਂਦਾ, ਜ਼ਿਆਦੀ ਸੋਭਾ ਲੈਂਦਾ ਲੈਂਦਾ ਥੋੜ੍ਹੀ ਸੋਭਾ ਤੋਂ ਵੀ ਚਲਿਆ ਗਿਆ। ਜਿਹੜਾ ਮਾਣ ਸਤਿਕਾਰ ਗੁਰੂ ਕੁਲ ਦਾ, ਗੁਰੂ ਵੰਸ਼ ਦਾ ਸੀਗਾ, ਉਹ ਵੀ ਗਵਾ ਬੈਠਾ ਹੈ। ਸਾਰੀ ਸੰਗਤ ਕਹਿ ਰਹੀ ਹੈ ਹੁਣ ਧੀਰਮਲ ਨੂੰ ਮੂੰਹ ਨਹੀਂ ਲਾਉਣਾ, ਕਿਉਂਕਿ ਸਤਿਗੁਰਾਂ ਨੇ ਬਾਹਰ ਕੱਢ ਦਿੱਤਾ ਹੈ, ਕੀਰਤਪੁਰ ਸਾਹਿਬ ਦੀ ਧਰਤੀ ਤੋਂ ਬਾਹਰ ਕੱਢ ਦਿੱਤਾ ਹੈ। ਤੇ ਹੁਣ ਅੱਗੇ ਸਤਿਗੁਰੂ ਜੀ ਅਗਲੇ ਗੁਰੂ ਸਹਿਬ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਨੂੰ ਕਿਵੇਂ ਥਾਪਦੇ ਹਨ, ਇਹ ਸਾਰਾ ਇਤਿਹਾਸ ਅਗਲੇ ਦਿਨਾਂ ਦੇ ਵਿੱਚ ਆਪਾਂ ਸਰਵਣ ਕਰਾਂਗੇ। ਆਪ ਸਮੂਹ ਸੰਗਤ ਦਾ ਸ਼ੁਕਰਾਨਾ, ਧੰਨਵਾਦ। ਸਹਿਬ ਪਾਤਸ਼ਾਹ ਧੰਨ ਗੁਰੂ ਅਮਰਦਾਸ ਜੀ ਦਾ ਕੱਲ੍ਹ ਨੂੰ ਜੋਤੀ ਜੋਤ ਦਿਵਸ ਹੈ ਔਰ ਗੁਰੂ ਕੇ ਚਰਨਾਂ ਦੇ ਵਿੱਚ ਬੈਠ ਕੇ ਆਪਾਂ ਇਹ ਜਿਹੜਾ ਇਤਿਹਾਸ ਹੈ ਇਹ ਵੀ ਸਰਵਣ ਕਰਾਂਗੇ। ਸਤਿਗੁਰੂ ਜੀ ਰਹਿਮਤ ਕਰਕੇ ਕਿਰਪਾ ਕਰਨ। ਆਓ ਸਰਬੱਤ ਦੇ ਭਲੇ ਵਾਸਤੇ, ਚੜ੍ਹਦੀ ਕਲਾ ਵਾਸਤੇ, ਸਰਬੱਤ ਦੀ ਤੰਦਰੁਸਤੀ ਵਾਸਤੇ ਆਪਾਂ ਕੁਝ ਕੁ ਸਮਾਂ ਸਿਮਰਨ ਦੇ ਵਿੱਚ ਜੁੜਦੇ ਹਾਂ। ਸਾਰੀ ਸੰਗਤ ਨੂੰ ਬੇਨਤੀ ਹੈ, ਬੱਚਿਆਂ ਨੂੰ ਸ਼ਾਂਤ ਕਰਵਾਓ। ਜੇ ਕੋਈ ਬੱਚੇ ਪਿੱਛੇ ਰੌਲਾ ਪਾ ਰਹੇ ਹਨ ਤਾਂ ਉਹਨਾਂ ਨੂੰ ਬਾਹਰ ਲੈ ਜਾਓ। ਆਪ ਸਿਆਣੇ ਹੋ, ਸੂਝਵਾਨ ਹੋ। ਅਤੇ ਬਾਕੀ ਸੰਗਤ ਨੂੰ ਬੇਨਤੀ ਹੈ ਕੁਝ ਕੁ ਪਲ ਆਪਾਂ ਸਾਰੇ ਇਕਾਗਰਤਾ ਸਹਿਤ ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਭਾਵਨਾ ਸਹਿਤ ਜਪ ਮਨ ਸਤਨਾਮ ਸਦਾ ਸਤਨਾਮ, ਹਲਤ ਪਲਤ ਮੁਖ ਉਜਲ ਹੋਈ ਹੈ, ਨਿਤ ਧਿਆਈ ਹੈ ਹਰ ਪੁਰਖ ਨਿਰੰਜਨਾ। ਕੁਝ ਕੁ ਸਮਾਂ ਸਿਮਰਨ ਦੇ ਵਿੱਚ ਸਾਰੀ ਸੰਗਤ ਹਾਜ਼ਰੀ ਭਰੋ ਜੀ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।